ਦਲੀਲ ਵਿੱਚ ਤੁਹਾਡਾ ਸਵਾਗਤ ਹੈ ਤੇ ਮੈਂ ਹਾਂ ਐਸਪੀ ਸਿੰਘ। ਕਿਸੇ ਲੋਕਤੰਤਰ ਵਿੱਚ ਅਦਲੀਆ ਨੂੰ, ਜੁਡੀਸ਼ਰੀ ਨੂੰ, ਨਿਆਂਪਾਲਿਕਾ ਨੂੰ ਅਕਸਰ ਲੋਕਾਂ ਦੀ ਸੁਣਵਾਈ ਦੀ ਆਖਰੀ ਸਰਦਲ ਮੰਨਿਆ ਜਾਂਦਾ। ਜਦੋਂ ਹਕੂਮਤ ਨਾਜਾਇਜ਼ ਕਰਦੀ ਜਾਪੇ, ਨਾਗਰਿਕ ਨੂੰ ਲੱਗੇ ਕਿ ਉਸ ਨਾਲ ਧੱਕਾ ਹੋ ਰਿਹਾ, ਪੁਲਿਸ ਦਾ ਨਿਜ਼ਾਮ ਸਾਥ ਨਾ ਦੇਵੇ, ਤਾਂ ਬੰਦਾ ਅਦਾਲਤ ਕੋਲ ਚਲਾ ਜਾਂਦਾ। ਹੇਠਲਾ ਅਦਾਲਤੀ ਨਿਜ਼ਾਮ ਵੀ ਹਕੂਮਤ ਦੀ ਜ਼ਦ ਥੱਲੇ ਹੋਵੇ ਤਾਂ ਸਿਖਰਲੀ ਅਦਾਲਤ ਵਿੱਚ ਜਾ ਕੇ ਢੋਈ ਮਿਲਦੀ ਹੈ। ਇਸੇ ਕਰਕੇ ਸਾਡੇ ਸੰਵਿਧਾਨ ਵਿੱਚ ਸਿਖਰਲੀ ਅਦਾਲਤ ਨੂੰ, ਹਾਇਰ ਜੁਡੀਸ਼ਰੀ ਨੂੰ ਬੜੀਆਂ ਸ਼ਕਤੀਆਂ ਪ੍ਰਾਪਤ ਹਨ, ਇੰਨੀਆਂ ਕਿ ਉਹਦੇ ਫੈਸਲੇ ਦੇਸ਼ ਦਾ ਕਾਨੂੰਨ ਹੀ ਸਮਝੇ ਜਾਂਦੇ ਹਨ। ਪਰ ਪਿਛਲੇ ਕਾਫੀ ਸਮੇਂ ਤੋਂ ਸਿਖਰਲੀ ਨਿਆਂਪਾਲਿਕਾ, ਖਾਸ ਤੌਰ ਉੱਤੇ ਸੁਪਰੀਮ ਕੋਰਟ ਅਤੇ ਕੇਂਦਰੀ ਹਕੂਮਤ ਦੇ ਵਿਚਕਾਰ ਬਾਰ-ਬਾਰ ਟਕਰਾਅ ਦੀ ਸਥਿਤੀ ਬਣੀ ਹੋਈ ਹੈ। ਕਦੀ ਇਹ ਖਿੱਚੋਤਾਣ ਅੰਦਰ ਚੱਲਦੀ ਸੀ, ਹੁਣ ਤਾਂ ਦੇਸ਼ ਦੇ ਕੇਂਦਰੀ ਕਾਨੂੰਨ ਮੰਤਰੀ ਸਿੱਧੇ ਜੁਡੀਸ਼ਰੀ ਨੂੰ ਖਰੀਆਂ ਸੁਣਾਉਂਦੇ ਆ ਤੇ ਅੱਗੋਂ ਤਾੜ ਜਵਾਬ ਵੀ ਆ ਰਹੇ। ਉਧਰ ਇੱਕ ਖਦਸ਼ਾ ਇਹ ਵੀ ਪਾਇਆ ਜਾ ਰਿਹਾ ਹੈ ਕਿ ਸਾਡੀ ਆਲਾ ਅਦਾਲਤ ਜ਼ੋਰਾਵਰ ਹਕੂਮਤ ਦੇ ਸਾਹਮਣੇ ਝੁਕਦੀ ਜਾ ਰਹੀ ਹੈ। ਐਸੇ ਪਸ ਮੰਜ਼ਰ ਵਿੱਚ ਇੱਕ ਸ਼ਿਕਾਇਤ ਇਹ ਚੱਲੀ ਆ ਰਹੀ ਸੀ ਕਿ ਬਹੁਤ ਮਹੱਤਵਪੂਰਨ ਮੁੱਦੇ, ਕੇਸਿਸ ਸੁਣੇ ਹੀ ਨਹੀਂ ਜਾ ਰਹੇ। ਕੁਝ ਐਸੇ ਵੀ ਜਿਨ੍ਹਾਂ ਵਿੱਚ ਇੱਕ ਦਿਨ ਦੀ ਵੀ ਦੇਰੀ ਨਹੀਂ ਸੀ ਹੋਣੀ ਚਾਹੀਦੀ, ਉਹ ਹੁਣ ਸਾਲਾਂ ਤੱਕ ਨਹੀਂ ਖੁੱਲ੍ਹ ਰਹੇ। ਜੇ ਕੋਈ ਕੇਸ ਸੁਣਿਆ ਗਿਆ ਹੈ, ਇਹ ਪਿੱਛੇ ਜੇ ਨੋਟਬੰਦੀ ਵਾਲਾ ਕੇਸ ਦਾ ਫੈਸਲਾ ਆਇਆ ਇਸੇ ਸਾਲ ਦੇ ਵਿੱਚ ਹੀ, ਨਵੇਂ ਸਾਲ 'ਚ, ਤਾਂ ਫੈਸਲਾ ਐਸਾ ਆਇਆ ਜਿਸ ਨੇ ਹਕੂਮਤ ਦੀ ਬੱਲੇ ਕਰਵਾ ਦਿੱਤੀ ਹੈ ਤੇ ਕੁਝ ਜਿਹੜੇ ਪਹਿਲਾਂ ਹੀ ਚਿੰਤਾ ਵਿੱਚ ਡੁੱਬਿਆਂ ਦੇ ਦਿਲ ਤੋੜ ਦਿੱਤੇ ਨੇ। ਸੁਪਰੀਮ ਕੋਰਟ ਨੇ ਮੋٹے ਤੌਰ ਤੇ ਇਹ ਆਖਿਆ ਕਿ ਕੇਂਦਰ ਨੇ 8 ਨਵੰਬਰ 2016 ਦੀ ਰਾਤ ਨੂੰ ਜੋ ਕੀਤਾ ਬਿਲਕੁਲ ਸਹੀ ਕੀਤਾ, ਸਹੀ ਤਰੀਕੇ ਨਾਲ ਕੀਤਾ ਤੇ ਉਸ ਨੂੰ ਅਜਿਹਾ ਕਰਨ ਦਾ ਪੂਰਾ ਹੱਕ ਸੀ। ਜੇ ਤੁਸੀਂ ਜਾਂ ਮੈਂ ਅਤੇ ਸਾਡੇ ਤੇਜਸਵੀ ਪ੍ਰਧਾਨ ਮੰਤਰੀ ਜੀ ਦੇ ਮਾਤਾ ਜੀ ਨੂੰ ਠੀਕ ਹੀ ਫਿਰ ਲਾਈਨ ਵਿੱਚ ਲੱਗਣਾ ਪਿਆ ਸੀ। ਪ੍ਰਧਾਨ ਮੰਤਰੀ ਜੀ ਦੇ ਮਾਤਾ ਜੀ ਅਕਾਲ ਚਲਾਣਾ ਕਰ ਗਏ ਹਨ, ਪਰਮਾਤਮਾ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ। ਪਰ ਪ੍ਰਧਾਨ ਮੰਤਰੀ ਤੇ ਉਹਨਾਂ ਦੀ ਸਰਕਾਰ ਨੇ ਸਿਆਸੀ ਕਰਮਾਂ ਦਾ ਫਲ ਕਿਉਂਕਿ ਇਸੇ ਭੌਤਿਕ ਸਿਆਸੀ ਸੰਸਾਰ ਵਿੱਚ ਭੁਗਤਣਾ ਹੈ, ਇਸ ਲਈ ਚਰਚਾ ਜ਼ਰੂਰੀ ਹੈ। ਕੀ ਸੁਪਰੀਮ ਕੋਰਟ ਸੰਵਿਧਾਨ ਦੀ ਮਨਸ਼ਾ ਅਨੁਸਾਰ ਅਤੇ ਨਾਗਰਿਕ ਦੇ ਹੱਕ ਵਿੱਚ ਇਨਸਾਫ ਦੀ ਆਖਰੀ ਉਮੀਦ ਵਾਲੀ ਥਾਂ ਤੇ ਮਜ਼ਬੂਤੀ ਨਾਲ ਖੜੀ ਹੈ? ਕੀ ਉਹ ਆਖਰੀ ਉਮੀਦ ਅੱਜ ਦਿਖਾਈ ਦੇ ਰਹੀ ਹੈ? ਕੀ ਇਸ ਕਿਲੇ ਦੇ ਕਿੰਗਰੇ ਭੁਰਦੇ ਜਾ ਰਹੇ ਹਨ? ਕੀ ਮਜ਼ਬੂਤ ਸਰਕਾਰ ਹੁਣ ਸਿਖਰਲੀਆਂ ਅਦਾਲਤਾਂ ਵਿੱਚ ਵੀ ਆਪਣੇ ਖਾਸ ਜੱਜ ਨਿਯੁਕਤ ਕਰਨਾ ਚਾਹ ਰਹੀ ਹੈ? ਇਹ ਰੇੜਕਾ ਵੀ ਤਾਂ ਹੁਣ ਖੁੱਲ੍ਹ ਕੇ ਸਿਆਸੀ ਮੰਜ਼ਰ ਉੱਤੇ ਆ ਹੀ ਗਿਆ। ਤੇ ਇਸ ਸਭ ਦੇ ਵਿੱਚ ਰਾਜਨੀਤੀ ਕੀ ਕਰ ਰਹੀ ਹੈ? ਵਾਟ ਇਜ਼ ਪੋਲਿਟਿਕਸ ਡੂਇੰਗ? ਲਤੀਫਪੁਰੇ ਤੋਂ ਲੈ ਕੇ ਉੱਤਰਾਖੰਡ ਦੇ ਹਲਦਵਾਨੀ ਤੱਕ ਰਾਜਨੀਤੀ, ਪੋਲਿਟਿਕਸ ਇਹ ਕਿਉਂ ਗੋਡੇ ਟੇਕੀ ਬੈਠੀ ਹੈ ਜਾਂ ਮੰਜ਼ਰ ਤੋਂ ਹੀ ਕਿਉਂ ਗਾਇਬ ਹੈ? ਸਾਡੇ ਨਾਲ ਇਸ ਸਾਰੀ ਚਰਚਾ ਵਿੱਚ ਸ਼ਾਮਲ ਨੇ ਡਾਕਟਰ ਪਿਆਰੇ ਲਾਲ ਗਰਗ ਜੀ। ਡਾਕਟਰ ਪਿਆਰੇ ਲਾਲ ਗਰਗ ਜੀ ਸਿਹਤ ਸਿੱਖਿਆ ਦੇ ਵਿੱਚ ਸਮਾਜਿਕ ਰਾਜਨੀਤਿਕ ਕਾਰਕੁਨ ਨੇ। ਇੱਕ ਲੰਬੇ ਸਮੇਂ ਤੋਂ ਕਾਨੂੰਨ ਆਪਣੀਆਂ ਪੇਚੀਦਗੀਆਂ ਦੇ ਵਿੱਚ ਕਿਵੇਂ ਗਰੀਬਾਂ ਨੂੰ ਫਸਾਈ ਰੱਖਦਾ ਹੈ ਤੇ ਫੈਸਲੇ ਸਾਰੇ ਕਾਨੂੰਨ ਅਨੁਸਾਰ ਹੀ ਹੁੰਦੇ ਹਨ, ਬਸ ਸਿਰਫ ਇਨਸਾਫ ਅਨੁਸਾਰ ਨਹੀਂ ਹੁੰਦੇ। ਇਹ ਕਾਨੂੰਨ ਤੇ ਇਨਸਾਫ ਵਿਚਲਾ ਫਾਸਲਾ ਕਿਹੋ ਜਿਹਾ, ਇਹਨੂੰ ਨਾਪਦੇ ਚੱਲਦੇ ਆ ਰਹੇ ਨੇ। ਸਾਡੇ ਨਾਲ ਅਰਜੁਨ ਸ਼ਰੌਨ ਜੀ ਨੇ। ਅਰਜੁਨ ਸ਼ਰੌਨ ਜੀ ਵਕੀਲ ਨੇ, ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਪ੍ਰੈਕਟਿਸ ਕਰਦੇ ਨੇ, ਸਿਵਲ ਰਾਈਟ ਲਿਬਰਟੀਜ਼ ਦੀ ਮੂਵਮੈਂਟ ਦੇ ਨਾਲ ਇੱਕ ਲੰਬਾ ਸਮਾਂ ਜੁੜੇ ਰਹੇ ਨੇ। ਕਿਸ ਤਰੀਕੇ ਦੇ ਨਾਲ ਕਾਨੂੰਨੀ ਪੇਚੀਦਗੀਆਂ ਵਾਲੀ ਬਹਿਸ ਅਕਸਰ ਲੋਕ ਸਰਕਾਰਾਂ ਵਾਲੀ ਬਹਿਸ ਤੋਂ ਆਸੇ-ਪਾਸੇ ਹੋ ਜਾਂਦੀ ਹੈ, ਇਸ ਵਿੱਥ ਨੂੰ ਨਾਪਦੇ ਨੇ। ਸਾਡੇ ਨਾਲ ਕਮਲਜੀਤ ਜੀ ਜੁੜ ਰਹੇ ਨੇ, CPI ML ਲਿਬਰੇਸ਼ਨ ਦੇ ਨਾਲ ਜੁੜੇ ਖੱਬੇ ਪੱਖੀ ਸਫਾ ਦੇ ਕਾਰਕੁਨ ਕਮਲਜੀਤ ਜੀ, ਕਿਉਂਕਿ ਧਰਾਤਲ ਦੇ ਉੱਤੇ ਵੀ ਕਾਨੂੰਨ ਨੂੰ ਦੇਖਦੇ ਨੇ ਜਿੱਥੇ ਲਾਠੀ ਪਿੱਠ ਉੱਤੇ ਪੈਂਦੀ ਹੈ, ਤੇ ਫਿਰ ਅਦਾਲਤਾਂ ਵਿੱਚ ਕਾਨੂੰਨ ਦਾ ਨਿਜ਼ਾਮ ਦੇਖਦੇ ਨੇ ਜਿੱਥੇ ਕਹਿੰਦੇ ਨੇ ਕਿ ਬੰਦੇ ਬਿਰਖ ਹੋ ਜਾਂਦੇ ਨੇ। ਡਾਕਟਰ ਪਿਆਰੇ ਲਾਲ ਗਰਗ ਜੀ, ਇਹ ਇੱਕ ਬਹਿਸ ਦੇਸ਼ ਇਸ ਵੇਲੇ ਵੱਡੀ ਦੇਖ ਰਿਹਾ ਹੈ। ਸ਼ਨੀਵਾਰ ਦੀਆਂ ਅਖਬਾਰਾਂ ਵੀ ਇਸ ਚਰਚਾ ਨਾਲ ਭਰੀਆਂ ਹੋਈਆਂ ਨੇ ਕਿ ਜੀ ਹੁਣ ਫਾਈਨਲੀ ਕੇਂਦਰੀ ਸਰਕਾਰ ਨੇ ਕਹਿ ਦਿੱਤਾ ਹੈ ਕਿ ਅੱਛਾ, ਜਿਵੇਂ ਕੋਲੀਜੀਅਮ ਕਹਿੰਦਾ ਸੁਪਰੀਮ ਕੋਰਟ ਦਾ, ਅਸੀਂ ਜੱਜ ਲਗਾ ਦਿਆਂਗੇ, ਗਿਵਨ ਟਾਈਮ ਪੀਰੀਅਡ ਦੇ ਵਿੱਚ ਲਗਾ ਦਿਆਂਗੇ। ਇਹਦੇ ਤੇ ਇੱਕ ਵੱਡੀ ਟਸਲ ਚੱਲਦੀ ਆ ਰਹੀ ਹੈ। ਕਦੀ ਸੁਪਰੀਮ ਕੋਰਟ ਚਾਹੁੰਦੀ ਹੈ ਕਿਸੇ ਨੂੰ ਜੱਜ ਲਗਾਉਣਾ ਤੇ ਕੇਂਦਰ ਸਰਕਾਰ ਉਹਦੇ ਹੁਕਮਾਂ ਨੂੰ ਲੈ ਕੇ ਬੈਠ ਜਾਂਦੀ ਹੈ। ਕਦੀ ਕਿਤੇ 370 ਧਾਰਾ ਹਟਾ ਦਿੱਤੀ ਜਾਂਦੀ ਹੈ ਤੇ ਉਹ ਕੇਸਿਸ ਮਹੀਨਿਆਂ ਸਾਲਾਂ ਬੱਧੀ ਪਏ ਰਹਿੰਦੇ ਨੇ ਸੁਪਰੀਮ ਕੋਰਟ ਦੇ ਵਿੱਚ। ਹੈਬੀਅਸ ਕਾਰਪਸ ਦੀਆਂ ਪਟੀਸ਼ਨਾਂ ਨਹੀਂ ਸੁਣੀਆਂ ਜਾ ਰਹੀਆਂ, ਮਤਲਬ ਬੰਦਾ ਪੁਲਿਸ ਚੱਕ ਕੇ ਲੈ ਗਈ ਹੈ ਤੇ ਬੰਦਾ ਪੁੱਛ ਰਿਹਾ ਜੀ ਸਾਡਾ ਬੰਦਾ ਲੱਭ ਦਿਓ, ਤੇ ਸੁਪਰੀਮ ਕੋਰਟ ਇਹ ਪਟੀਸ਼ਨਾਂ ਨਹੀਂ ਸੁਣਦੀ ਔਰ ਇਹਦੇ ਵਿੱਚ ਵੀ ਮਹੀਨੇ ਸਾਲਾਂ ਲੱਗ ਜਾਂਦੇ ਨੇ। ਇਲੈਕਟੋਰਲ ਬੌਂਡਸ ਦਾ ਮਸਲਾ ਹੈ ਜਿਹਦੇ ਨਾਲ ਕਹਿੰਦੇ ਨੇ ਸਾਰੀ ਕਰਪਸ਼ਨ ਪੋਲਿਟਿਕਸ ਦੇ ਵਿੱਚ ਆ ਰਹੀ ਹੈ। ਕਿਉਂ ਇਹ ਬਹਿਸ ਜ਼ਰੂਰੀ ਹੈ ਕਿ ਸੁਪਰੀਮ ਕੋਰਟ ਕਿਸ ਤਰੀਕੇ ਨਾਲ ਫੰਕਸ਼ਨ ਕਰ ਰਹੀ ਹੈ, ਤੇ ਜੇ ਸੁਪਰੀਮ ਕੋਰਟ ਦੇ
ਜਿਹੜੀ ਆਜ਼ਾਦੀ ਹੈ ਉਹਦੇ ਤੇ ਜੇ ਆਂਚ ਆਉਂਦੀ ਹੈ ਤਾਂ ਉਹ ਮੇਰੇ ਲਈ ਘਰ ਬੈਠਿਆ ਕਿੰਨੀ ਕੁ ਖਤਰਨਾਕ ਹੈ। ਮੇਰਾ ਤਾਂ ਕੋਈ ਬਹੁਤਾ ਵਾਹ ਨਹੀਂ ਪੈਂਦਾ ਸੁਪਰੀਮ ਕੋਰਟ ਨਾਲ, ਮੈਨੂੰ ਤਾਂ ਹੁੰਦਾ ਇਲਾਕੇ ਦਾ ਪੁਲਿਸ ਵਾਲਾ ਮੈਨੂੰ ਕੁਝ ਨਾ ਕਵੇ, ਮੈਂ ਆਪਣਾ ਦਫ਼ਤਰ ਜਾਂਦਾ ਰਵਾਂ ਤੇ ਤਨਖਾਹ ਟਾਈਮ ਤੇ ਮਿਲਦੀ ਰਵੇ, ਮੇਰੀ ਜੀਵਨ ਇੱਥੋਂ ਤੱਕ ਹੈ। ਹਾਊ ਡਜ਼ ਆਲ ਆਫ ਦਿਸ ਅਫੈਕਟ ਮੀ? ਦੇਖੋ ਤੁਸੀਂ ਤਾਂ ਐਂ ਲੱਗਦਾ ਹੈ ਜਿਵੇਂ ਵੀ ਤੁਸੀਂ ਇੱਕ ਵਿਅਕਤੀ ਨਹੀਂ ਹੈਗੇ, ਕੋਈ ਵੀ ਵਿਅਕਤੀ ਜੀ ਬਿਲਕੁਲ, ਉਹ ਜ਼ਰੂਰੀ ਨਹੀਂ ਵੀ ਉਹ ਸਿੱਧਾ ਕੋਰਟ 'ਚ ਜਾਵੇ। ਹੂੰ, ਜਿਹੜੀਆਂ ਅਦਾਲਤਾਂ 'ਚ ਫੈਸਲੇ ਹੁੰਦੇ ਨੇ ਜਾਂ ਜਿਹੜੀਆਂ ਸਰਕਾਰਾਂ ਫੈਸਲੇ ਕਰਦੀਆਂ ਨੇ ਉਹਨਾਂ ਨੂੰ ਚੁਣੌਤੀ ਦਿੱਤੀ ਜਾਂਦੀ ਆ, ਉਹਦੇ 'ਚ ਹਰ ਜੀਵਨ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਉਹਦਾ ਭਵਿੱਖ ਜਿਹੜਾ ਨਿਰਭਰ ਹੈ। ਹੂੰ, ਜੇ ਅਸੀਂ ਹੁਣੀ ਤੁਸੀਂ ਗੱਲ ਨੋਟਬੰਦੀ ਦੀ ਕਰ ਰਹੇ ਸੀ, ਇਹ ਤਾਂ ਗੱਲ ਪਹਿਲੀ ਗੱਲ ਇਹ ਸਾਨੂੰ ਮੰਨਣਾ ਹੀ ਪਏਗਾ ਵੀ ਅਦਾਲਤਾਂ 'ਚ ਬਹੁਤ ਦੇਰੀ ਹੋ ਰਹੀ ਹੈ ਫੈਸਲਿਆਂ ਦੀ। ਔਰ ਕਈ ਵਾਰੀ ਜਿਵੇਂ ਅਸੀਂ ਕਹਿੰਦਾ ਤੀਆਂ ਪਿੱਛੋਂ ਡੂੰਗੀ ਫੂਕਣ ਵਾਲੀ ਗੱਲ ਹੁੰਦੀ ਹੈ। ਤੇ ਹੁਣ ਆ ਜਿਹੜਾ ਫੈਸਲਾ ਇਹਨਾਂ ਨੇ ਨੋਟਬੰਦੀ ਦਾ ਦਿੱਤਾ ਹੈ, ਉਹ 'ਚ ਕਿਹਾ ਵੀ ਇਹੀ ਸਰਕਾਰ ਨੇ ਆਪਦਾ ਪੱਖ ਹੀ ਰੱਖਿਆ ਕਿ ਜੀ ਹੁਣ ਇਹਦਾ ਕੀ ਫਾਇਦਾ, ਐਵੇਂ ਪੋਸਟਮਾਰਟਮ ਕਰੀ ਜਾਂਦੇ ਹੋ। ਪਰ ਮੈਨੂੰ, ਕਿਉਂਕਿ ਮੈਂ ਵਿਗਿਆਨ ਦਾ ਵਿਦਿਆਰਥੀ ਹਾਂ, ਮੈਨੂੰ ਇਹ ਪਤਾ ਵੀ ਪੋਸਟਮਾਰਟਮ ਕਰਨਾ ਵੀ ਜ਼ਰੂਰੀ ਹੈ। ਉਹਦੇ ਨਾਲ ਵੀ ਅਸੀਂ ਨਵੀਂ ਅਗਲੀ ਬਿਮਾਰੀ ਦਾ ਸਮਝਦੇ ਹਾਂ ਕਿ 2016 ਵਿੱਚ ਤੁਸੀਂ ਸਾਨੂੰ ਇਸ ਤਰ੍ਹਾਂ ਜਾਨਵਰਾਂ ਵਾਂਗੂ ਕਿਉਂ ਟ੍ਰੀਟ ਕੀਤਾ, ਕਿਉਂ ਟ੍ਰੀਟ ਕੀਤਾ ਸੀ। ਜੇ ਉਹਦਾ ਪੋਸਟਮਾਰਟਮ ਨਹੀਂ ਕਰਾਂਗੇ ਤਾਂ ਅੱਗੇ ਨੂੰ ਠੀਕ ਨਹੀਂ ਹੋਵਾਂਗੇ, ਉਹ ਤੋਂ ਸਿੱਖਦਾ। ਸੋ ਇਹ ਸਰਕਾਰਾਂ ਤੇ ਆ ਗਈਆਂ ਵੀ ਅਸੀਂ ਜਿਹਨੂੰ ਮਰਜ਼ੀ ਤਾਂ ਥੱਲੇ ਦਬੜ ਕੇ ਨਿਕਲ ਜਾਈਏ, ਸਾਨੂੰ ਕੋਈ ਪੁੱਛੇ ਨਾ। ਐਗਜ਼ੈਕਟਿਵ ਮੈਂ ਕਹਾਂਗਾ ਕਾਰਜ ਕਰਨੀ ਸਾਡੇ ਦੇਸ਼ 'ਚ ਤਿੰਨ ਹੀ ਨੇ ਨਾ, ਕਾਰਜ ਕਰਨੀ, ਲੈਜਿਸਲੇਚਰ ਤੇ ਨਿਆਂਪਾਲਿਕਾ। ਕਾਰਜ ਕਰਨੀ ਚਾਹੇ ਉਹ ਕੋਈ ਵਾਈਸ ਚਾਂਸਲਰ ਹੈ, ਚਾਹੇ ਉਹ ਚੀਫ ਮਿਨਿਸਟਰ ਹੈ, ਚਾਹੇ ਉਹ ਮਿਨਿਸਟਰ ਹੈ, ਚਾਹੇ ਉਹ ਸੈਕਟਰੀ ਹੈ, ਚਾਹੇ ਉਹ ਕੈਬਨਿਟ ਸੈਕਟਰੀ ਹੈ, ਚਾਹੇ ਕੋਈ ਪ੍ਰੋਫੈਸ਼ਨਲ ਅਧਿਕਾਰੀ ਹੈ, ਉਹ ਚਾਹੁੰਦਾ ਮੈਨੂੰ ਕੋਈ ਪੁੱਛੇ ਨਾ, ਮੈਂ ਜੋ ਮਰਜ਼ੀ ਕਰਦਾ ਸਾਹੀ ਸਵੇਦੀ। ਡਾਕਟਰ ਸਾਹਿਬ ਉਹ ਕਹਿੰਦੇ ਨੇ ਵੀ ਸਵਾਲ ਨੂੰ ਦੂਸਰੇ ਤਰੀਕੇ ਫਰੇਮ ਕਰ ਲਓ ਵੀ ਹੁਣ ਜਿਹੜੀ ਐਗਜ਼ੈਕਟਿਵ ਹੈ ਤੇ ਲੈਜਿਸਲੇਚਰ ਆ ਉਹ ਤਾਂ ਇੱਕੋ ਹੀ ਹੋ ਗਈ ਹੋਈ ਆ। ਮੈਂ ਆ ਰਿਹਾ ਉਸ ਐਗਜ਼ੈਕਟਿਵ ਤੇ ਲੈਜਿਸਲੇਚਰ ਇੱਕੋ ਹੀ ਆ, ਹੁਣ ਸਿਰਫ ਪ੍ਰੋਬਲਮ ਇਹੀ ਜੁਡੀਸ਼ਰੀ ਦੇ ਰਹੀ ਹੈ। ਥੋੜਾ ਜਿਹਾ ਇਹ ਫਰਕ ਹੈ, ਉਹ ਐਗਜ਼ੈਕਟਿਵ ਇਹ ਕਰਦੀ ਹੈ। ਹੁਣ ਜਿਹੜੀ ਲੈਜਿਸਲੇਚਰ ਆ ਉਹਨੂੰ ਵੈਸੀ ਨਿਸ਼ਕ੍ਰਿਆ ਕਰਤਾ, ਜਿਹੜੀ ਤਾਂ ਪਾਰਟੀ ਰਾਜ ਕਰਦੀ ਹੈ ਉਹਦੀ ਤਾਂ ਲੈਜਿਸਲੇਚਰ ਬੋਲਦੀ ਨਹੀਂ, ਉਹ ਤਾਂ ਐਗਜ਼ੈਕਟਿਵ ਦੇ ਨਾਲ ਹੀ ਹਾਂ 'ਚ ਹਾਂ ਮਿਲਾਉਂਦੀ ਹੈ। ਜਿਹੜੀ ਆਪੋਜੀਸ਼ਨ ਉਹ ਵੀ ਉਹੀ ਜਿਹੀਆਂ ਗੱਲਾਂ ਕਰਦੀ ਹੈ ਜਿਹਦੇ ਵਿੱਚੋਂ ਉਹ ਕੋਈ ਵਧੀਆ ਪਾਲਿਸੀ ਨਿਕਲਣ ਦਾ ਸੰਭਾਵਨਾ ਘਟ ਜਾਂਦੀ ਹੈ। ਹੁਣ ਰਹੇਗੀ ਇੱਕੋ ਗੱਲ ਰਹੇਗੀ, ਜਿਹੜਾ ਅਸੀਂ ਸਾਡਾ ਸੰਵਿਧਾਨ ਕਹਿੰਦਾ ਹੈ ਜਸਟਿਸ, ਪ੍ਰੀਐਂਬਲ 'ਚ ਜਸਟਿਸ, ਸੋਸ਼ਲ, ਇਕਨੋਮਿਕ ਐਂਡ ਪੋਲੀਟੀਕਲ। ਇਹ ਜਿਹੜਾ ਜਸਟਿਸ ਹੈ ਸੋਸ਼ਲ, ਰਾਜਸੀ, ਸਮਾਜਿਕ ਤੇ ਰਾਜਨੀਤਿਕ, ਸਮਾਜਿਕ ਤੇ ਆਰਥਿਕ ਇਨਸਾਫ ਦੇਣਾ ਹਰੇਕ ਨੂੰ, ਟੂ ਈਚ ਸਿਟੀਜ਼ਨ, ਈਚ ਇੰਡੀਵਿਜੂਅਲ। ਇਹ ਜਿਹੜਾ ਇਨਸਾਫ ਦੇਣ ਦੀ ਗੱਲ ਹੈ ਉਹਦੇ 'ਚ ਨਿਆਂਪਾਲਿਕਾ ਸਭ ਤੋਂ ਉੱਪਰ ਹੈ। ਵੀ ਜੇ ਤੁਹਾਨੂੰ ਇਹ ਥੱਲੇ ਵਾਲੀਆਂ ਦੋਨੇ, ਜੇ ਤੁਸੀਂ ਕਹਿੰਦੇ ਹੋ ਕਾਨੂੰਨ ਵੀ ਗਲਤ ਬਣ ਗਿਆ ਤਾਂ ਵੀ ਉਹਨੂੰ ਚੈਲੰਜ ਕਰਿਆ ਜਾ ਸਕਦਾ ਹੈ, ਇਹ ਨਹੀਂ ਦਿੰਦਾ ਤਾਂ ਨਿਆਂਪਾਲਿਕਾ। ਹੁਣ ਨਿਆਂਪਾਲਿਕਾ ਦੀ ਇੰਡੀਪੈਂਡੈਂਸ ਇੱਕ ਲਾਈਨ 'ਚ ਮੈਂ ਆਪਣੀ ਗੱਲ ਖਤਮ ਕਰਾਂਗਾ ਕਿ ਜੇ ਨਿਆਂਪਾਲਿਕਾ ਦੀ ਇੱਕ ਇੰਡੀਪੈਂਡੈਂਸ ਦੇਸ਼ 'ਚ ਹੈਗੀ ਆ ਜੇ, ਉਹ ਇਹ ਹੈ ਕਿ ਜੱਜ ਲਾਏ ਤਾਂ ਜਾ ਸਕਦੇ ਨੇ, ਜੱਜ ਨੂੰ ਹਟਾ ਨਹੀਂ ਸਕਦੇ ਕਨਸਟੀਟਿਊਸ਼ਨ ਜੁਡੀਸ਼ਰੀ ਦੇ ਨੂੰ, ਨਾ ਹਾਈ ਕੋਰਟ ਦੇ ਨੂੰ, ਨਾ ਉਹ ਪ੍ਰੋਸੈਸ ਜ਼ਿਆਦਾ ਟੇਢਾ ਸਰਕਾਰ ਦੇ ਵਾਸਤੇ, ਬੜਾ ਲੰਬਾ ਕੰਮ ਹੈ ਉਹ ਬਸ ਦਾ ਕੰਮ ਨਹੀਂ ਹੈ। ਜੇ ਕਿਤੇ ਇਹਨਾਂ ਕੋਲ ਹਟਾਉਣ ਦਾ ਵੀ ਪਾਵਰ ਆ ਜੇ ਇਹ ਤਾਂ ਕਹਿਰ ਕਾਫੀ ਕਰ ਦੇਣਗੇ, ਉਹਦੀ ਲੋੜ ਹੀ ਨਹੀਂ ਪੈਣੀ ਨਾ। ਜੇ ਲਾਉਣ ਦੀ ਪਾਵਰ ਆ ਜਾਵੇ ਵੀ ਲਾਣਾ ਅਸੀਂ ਹੈ, ਫਿਰ ਹਟਾਉਣ ਵਾਲੇ ਤਾਂ ਨਹੀਂ, ਉਹ ਦੂਜੀ ਆ ਜੂਗੀ ਨਾ, ਲਾਉਣਗੇ ਹੀ ਉਹੀ ਜਿਹੜੇ ਹਟਾਉਣੇ ਨਾ ਪੈਣ। ਨਹੀਂ ਉਹੀ ਹੈ, ਜੇ ਸਰਕਾਰ ਬਦਲ ਜੂ ਫਿਰ ਉਹਨੂੰ ਹਟਾਉਣਗੇ। ਹੁਣ ਆਪਾਂ ਬਾਕੀ ਅਫਸਰਾਂ 'ਚ ਇਹੀ ਦੇਖਿਆ। ਸੋ ਇਸ ਕਰਕੇ ਇਹ ਲਾਉਣ ਦੀ ਪਾਵਰ ਜਿਹੜੀ ਹੈ ਇਹ ਐਗਜ਼ੈਕਟਿਵ ਚਾਹੁੰਦੀ ਹੈ ਕਿ ਅਸੀਂ ਕਰੀਏ, ਅਸੀਂ ਜਿਹਨੂੰ ਮਰਜ਼ੀ ਲਾਈਏ, ਇਹ ਗਲਤ ਹੋਏਗੀ, ਇਹ ਦੇਸ਼ ਦੇ ਨਿਆਂ ਵਾਸਤੇ ਨੁਕਸਾਨ। ਜੀ ਰਿਜ਼ੋਲਵ ਮਾਈ ਕਨਫਿਊਜ਼ਨ, ਮੈਂ ਨਾ ਦੋ ਸਵਾਲ ਲਈ ਬੈਠਾ, ਸੋਚਦਾ ਤੁਹਾਡੇ ਤੋਂ ਕਿਹੜੇ ਵਾਲੇ ਪਾਸੇ ਪੁੱਛਾਂ ਮੈਂ। ਇੱਕ ਸਵਾਲ ਤਾਂ ਇਹ ਹੁੰਦਾ ਕਿ ਜੀ ਡੀਮੋਨੇਟਾਈਜੇਸ਼ਨ ਦੇ ਵਿੱਚ ਕੀ ਸੁਪਰੀਮ ਕੋਰਟ ਨੇ ਠੀਕ ਤਰੀਕੇ ਨਾਲ ਇਸ਼ੂਜ਼ ਫਰੇਮ ਕੀਤੇ ਸੀਗੇ ਕਿ ਉਹਦੇ ਆਬਜੈਕਟਿਵ ਸੀ ਜਿਹੜੇ ਕਿ ਅਸੀਂ ਕਾਲਾ ਧਨ ਖਤਮ ਕਰਾਂਗੇ, ਟੈਰਰਿਜ਼ਮ ਖਤਮ ਹੋਏਗਾ, ਫੇਕ ਕਰੰਸੀ ਖਤਮ ਹੋਏਗੀ, ਉਹ ਪੂਰੇ ਹੋਣੇ ਨੇ ਕਿ ਨਹੀਂ, ਇਹ ਸੁਪਰੀਮ ਕੋਰਟ ਨੂੰ ਧਿਆਨ ਨਾਲ ਦੇਖਣਾ ਚਾਹੀਦਾ ਸੀਗਾ। ਜਿਹੜਾ ਉਹਦਾ ਪੋਲੀਟੀਕਲ ਡਾਇਮੈਂਸ਼ਨ ਸੀ ਕਿ ਉਹਨੂੰ ਵੀ ਸੁਪਰੀਮ ਕੋਰਟ ਨੂੰ ਦੇਖਣਾ ਚਾਹੀਦਾ ਸੀ। ਇਹ ਬੜੇ ਬਰੀਕ ਤੇ ਕਾਨੂੰਨੀ ਨੁਕਤਾ ਨਿਗਾਹ ਵਾਲੇ ਸਵਾਲ ਨੇ ਤੇ ਬੜੇ ਇੰਪੋਰਟੈਂਟ ਨੇ। ਇੱਕ ਦੂਸਰਾ ਸਵਾਲ ਜਿਹੜਾ ਮੇਰਾ ਦਿਲ ਕਰਦਾ ਪੁੱਛਣ ਦਾ ਇਹ ਹੈ ਕਿ ਖਸਮਾਂ ਨੂੰ ਖਾਵੇ ਡੀਮੋਨੇਟਾਈਜੇਸ਼ਨ ਦਾ ਫੈਸਲਾ ਤੇ ਇਹ ਸੁਪਰੀਮ ਕੋਰਟ ਤੇ ਕੀ ਕਰਦੇ ਨੇ, ਆਮ ਬੰਦੇ ਨੇ ਕੀ ਲੈਣਾ ਜੀ? ਉਹਦੀ ਜ਼ਿੰਦਗੀ ਦੇ ਵਿੱਚ ਨਿਆਂ ਕਿੱਥੇ ਜੁੜਿਆ ਹੋਇਆ ਹੈ? ਜਿਹਦੀ ਰੋਜ਼ੀ ਰੋਟੀ ਦੇ ਲਾਲੇ ਪਏ ਨੇ ਉਹਦੀ ਜ਼ਿੰਦਗੀ 'ਚ ਨਿਆਂ ਕਿੱਥੇ ਹੈ? ਜਿਹਨੂੰ ਰੋਜ਼ਗਾਰ ਦੇ ਲਾਲੇ ਨੇ, ਜਿਹਦੇ ਘਰ ਬੁਲਡੋਜ਼ਰ ਆ ਜਾਂਦਾ ਜੇ ਮਾੜਾ ਮੋਟਾ ਕਿਤੇ ਝਗੜਾ ਹੋ ਜਾਏ ਗਲੀ ਦੇ ਵਿੱਚ, ਜਿੱਥੇ ਬੁਲਡੋਜ਼ਰ ਨਾਲ ਉਹਦੇ ਘਰ ਢਾਇਆ ਕਿਸੇ ਨੂੰ ਵੋਟਾਂ ਮਿਲਦੀਆਂ ਨੇ, ਕਿਸੇ ਦੇ ਵਾਰੇ ਨਿਆਰੇ ਹੋ ਰਹੇ ਨੇ, ਜਿੱਥੇ ਲਤੀਫਪੁਰਾ 'ਚ ਬੱਚੇ ਸਕੂਲ ਗਏ ਹੁੰਦੇ ਨੇ, ਪਿੱਛੋਂ ਸਰਕਾਰ ਉਹਨਾਂ ਦੇ ਘਰ ਲੈ ਜਾਂਦੀ ਹੈ। ਬੱਚੇ ਨੂੰ ਸਮਝ ਆ ਜਾਂਦਾ ਸਰਕਾਰ ਕੀ ਹੁੰਦੀ ਹੈ। ਸਰਕਾਰ ਉਹ ਹੁੰਦੀ ਹੈ ਜਿਹੜੀ ਤੁਸੀਂ ਸਕੂਲ ਜਾਓ ਤੇ ਪਿੱਛੋਂ ਤੁਹਾਡਾ ਘਰ ਲੈ ਜਾਂਦੀ ਹੈ। ਉਹ ਬੱਚੇ ਨੇ ਵੱਡੇ ਹੋ ਕੇ ਕੀ ਬਣਨਾ? ਹੁਣ ਮੈਂ ਉਹਨਾਂ ਨੂੰ ਜਾ ਕੇ ਸੰਵਿਧਾਨ ਪੜ੍ਹਾਵਾਂ ਕਿ ਬੱਚਿਓ ਇਹ ਸੰਵਿਧਾਨ ਬਹੁਤ ਮਹੱਤਵਪੂਰਨ ਹੈ, ਸਾਡਾ ਪਵਿੱਤਰ ਗ੍ਰੰਥ ਹੈ, ਸਾਨੂੰ ਇਸ ਦੀ ਪੂਜਾ ਕਰਨੀ ਚਾਹੀਦੀ ਹੈ, ਸਾਰਾ ਦੇਸ਼ ਸੰਸਾਰ ਚੱਲਦਾ ਹੈ, ਹੂ ਵਿਲ ਲਿਸਨ ਟੂ ਮੀ? ਇਹ ਸਵਾਲ ਕਿੰਨੇ ਬੇਅਰਥ ਜਾਪਦੇ ਨੇ। ਸੋ ਦੋਨਾਂ ਵਿੱਚੋਂ ਤੁਸੀਂ ਇਹਨਾਂ ਦੋਨੇ ਸਵਾਲਾਂ ਦੀ ਵਿੱਥ ਜਿਹੜੀ ਭਰੋ ਕਿ ਇਹ ਆਪਸ ਵਿੱਚ ਕਿਵੇਂ ਜੁੜਦੇ ਨੇ। पूजा तो सारे कर रहे हैं जी, पर फॉलो कितना कर रहे हैं वो पूजा तो हो रही है, ये तो बात सिर्फ ये है। और प्रोफेसर साहब से मैं यही लिंक रहूँगा। सबसे पहली बात ये कि हमारा जो सिस्टम बना है वहाँ पे एक ऑप्शन हो गई है लेजिस्लेचर की एग्जीक्यूटिव द्वारा। नंबर 1 पंजाबी च कह दी कब्जा हो गया, कब्जा हो गया है।
नहीं ये कब्जा सिर्फ ਮੇਰੇ ਦਰਸ਼ਕ ਪੰਜਾਬੀ ਦੇ ਨੇ ਗੱਲ ਸਿੱਧੀ ਮੋਟੀ ਸਮਝ ਜਾਂਦੇ ਨੇ नहीं कब्जा ये सिर्फ सिस्टम्स का नहीं हुआ है, एक मानसिकता का भी कब्जा है। वो मानसिकता ये है कि आपने ऐसे सिस्टम बना दिए कि आपकी कोई जवाबदेही नहीं। आप एक बार पावर में आ गए तो कोई नहीं पूछने वाला, ना आपकी पार्टी के अंदर कोई पूछेगा, ना बाहर लेजिस्लेचर पूछेगा, ना आपकी प्रेस पूछती है जिसको गोदी मीडिया कहते हैं। तो एक जो 2-4 सवाल पूछती थी जुडिशरी, उसको भी आप लगाम में लगा रहे हो। पर एट द सेम टाइम मैं जुडिशरी का, क्योंकि मैं एज अ ऑफिसर ऑफ द कोर्ट उसका पार्ट हूं, मैं बड़ा फेयरली उसको ये भी क्रिटिसाइज कर सकता हूं कि जैसे डीमोनेटाइजेशन को एक एग्जांपल लेते हैं जी, फाइनली क्या हुआ इज इररिलेवेंट। इस 8 नवंबर को ये 2016 को ये फैसला सुनाया गया था 8 बजे जी मेरे हिसाब से। अगले दिन ही बॉम्बे हाई कोर्ट और 2-3 हाई कोर्ट्स में इसकी पिटिशनें डल गई थी। बिल्कुल, अगर जुडिशरी सच में कुछ करना चाहती थी और करना चाहिए था तो उसी दिन क्यों नहीं आपने स्टे लगा दी। आधार के केस में आपने बड़ा अच्छा प्राइवेसी वाली बात करते हैं, सब कुछ बात की, आपने 8 साल क्यों लगाए। अब 370 का फैसला आने वाला है, 370 का फैसला जब तक आएगा तब तक सिचुएशन एकदम कश्मीर में चेंज हो चुकी होगी, प्रोटेस्ट हो रही जो भी हो रही है। कल आप उनको इधर वे कर देंगे तो उसका क्या इम्पैक्ट होगा। ये आप जो क्रिटिकल फैसले, और बहुत कमेंटेटर्स ये कह चुके हैं कि सब स्पेशली सुप्रीम कोर्ट में और बाकी कोर्ट्स में भी डेथ बाय डिले, यू डेथ बाय डिले देरी करते हो मर जाएगा केस, इन्फ्रक्चुअस हो जाएगा, इससे इन्फ्रक्चुअस हो जाएगा। बिल्कुल, और ये एक सरकार भी बार बार जान के डेट्स लेती है, या जो बाकी स्टेक होल्डर है डेट्स लेते हैं, कोर्ट भी इन मुश्किल मामलों को नहीं कर पाती। इसमें 2 इश्यूज हैं, एक तो ये इश्यूज डिबेट नहीं होते, आर्ग्यू नहीं हो पाते, फैसले नहीं आते। दूसरा मैं कहता हूं ये फैसले कोर्ट में जाए ही क्यों। डीमोनेटाइजेशन वाला फैसला जनता जानती है, इवन सरकार ने भी, भाजपा की सरकार ने भी, जो मेरी जानकारी है, इस पे बहुत ज्यादा कोई इलेक्शन नहीं लड़े। 16-17 वो आज भी कोई विजय दिवस नहीं मनाती 8 नवंबर को, कोई बहुत बड़ी सेलिब्रेशन नहीं होती, राइट, क्योंकि उनको पता है कि उसका एक नेगेटिव इंपैक्ट हुआ था। अल्टीमेटली लोगों ने देखा कोई फायदा नहीं हुआ। आज आप जाके सुप्रीम कोर्ट के सामने ये एक तरीके से एकेडमिक एक्सरसाइज आपने की। डॉक्टर साहब बिल्कुल ठीक कह रहे हैं कि आपको पोस्टमार्टम करना चाहिए, पढ़े लिखे लोगों की बौद्धिक जुगाली हो रही है तो वो पोस्टमार्टम करने का फायदा क्या हुआ, नंबर 1। दूसरा, आपने कहा अल्टीमेटली कि हम पॉलिसी मेकिंग में हाथ नहीं लगाएंगे। अब आप सुप्रीम कोर्ट हैं, अब आखिरी आईसीयू, डॉक्टर की भाषा बोले, आप आखिरी आईसीयू हैं, अगर यहाँ पे कुछ होगा तो होगा, तो पहले तो मरीज को वहां जाना ही चाहिए आईसीयू तक। आप पहले बीमारी ठीक कर लो, 2016 में कर लेते हैं। ठीक लग गया। मैं लेट मी ड्रा कमलजीत जी इनटू द डिबेट, क्योंकि समा घट है सी पैनलिस्ट अज 3 ਤੁਸੀਂ। कमलजीत जी, ये अर्जुन जी ने बेसिकली किया है भी धौन ते गोडा दिता है, तो बंदे ने पटीशन दी है सर मेरी धौन ते गोडा दिता होया, तो सुप्रीम कोर्ट कहती सुन रहे हैं आराम नाल। ते ये सारे डीमोनेटाइजेशन के फैसले दे विच भी किधरे जिक्र नहीं कि असी ये फैसला 6 साल बाद क्यों दे रहे हैं। 2016 दे विच होया सी, ये सानू 2023 दी जनवरी चढ़े नवे साल ते फैसला देना क्यों याद है। ਇਹਦੀ कोई एक्सप्लेनेशन तो होनी चाहिए सी। ਮੈਨੂੰ ਲੱਗਦਾ ਬਿਲਕੁਲ ਐਕਸਪਲੇਨੇਸ਼ਨ ਇਸ ਦੀ ਹੋਣੀ ਚਾਹੀਦੀ ਸੀ। ਮੈਂ ਅਰਜੁਨ ਜੀ ਦੇ ਦੂਜੇ ਜਿਹੜਾ ਨੁਕਤਾ ਹੈ ਨਾ ਉਹਦੇ ਤੇ ਜ਼ਿਆਦਾ ਜ਼ੋਰ ਦੇਣਾ ਚਾਹਾਂਗਾ ਥੋੜਾ। ਕੋਰਟ ਜਦੋਂ ਅਸੀਂ ਕਹਿੰਦੇ ਜਸਟਿਸ, ਉਹਦੇ ਵਿੱਚ ਇੱਕ ਸ਼ਬਦ ਹੈ ਅੰਗਰੇਜ਼ੀ ਦਾ ਜੂਰਿਸਪ੍ਰੂਡੈਂਸ। ਕੋਰਟ ਨੇ ਜੂਰਿਸਪ੍ਰੂਡੈਂਸ ਨੂੰ ਅਪਹੈਲਡ ਕਰਨਾ ਹੁੰਦਾ ਹੈ, ਸਾਰੀ ਕਾਨੂੰਨੀ ਪ੍ਰਕਿਰਿਆ ਨੂੰ ਲੌਜੀਕਲ ਐਂਡ ਤੱਕ ਲੈ ਜਾਣਾ। ਲੇਕਿਨ ਮੈਂ ਕਹਿੰਦਾ ਕਿ ਹਿੰਦੁਸਤਾਨ 'ਚ ਜੂਰਿਸਪ੍ਰੂਡੈਂਸ ਦੀ ਵਰਤੋਂ ਇਸ ਗੱਲ ਵਾਸਤੇ ਕਰਨੀ ਪਵੇ ਕਿ ਹਜ਼ਾਰਾਂ ਲੋਕਾਂ ਨੂੰ ਸਰਦੀ ਦੇ ਵਿੱਚ ਉਜਾੜਿਆ ਜਾ ਸਕਦਾ ਕਿ ਨਹੀਂ ਜਾ ਸਕਦਾ। ਇਸ ਗੱਲ ਵਾਸਤੇ ਕਰਨੀ ਪਵੇ ਕਿ ਜਿਹੜੇ ਲੋਕ ਲੱਖਾਂ ਦੀ ਗਿਣਤੀ 'ਚ ਲਾਈਨ ਲੱਗ ਕੇ ਆਪਣੇ ਨੋਟ ਜਮ੍ਹਾਂ ਕਰਾ ਰਹੇ ਸੀ, ਉਹ ਠੀਕ ਕਰਾ ਰਹੇ ਸੀ ਕਿ ਗਲਤ ਕਰਾ ਰਹੇ ਸੀ। ਭਈ ਜੂਰਿਸਪ੍ਰੂਡੈਂਸ ਦੀ ਮਿਸਯੂਜ਼ ਨਹੀਂ ਹੈ ਇਹ। ਕੀ ਇਹ ਗੱਲ ਵੈਸੇ ਹੀ ਨਜ਼ਰ ਨਹੀਂ ਆਉਂਦੀ ਬਿਨਾਂ ਜੂਰਿਸਪ੍ਰੂਡੈਂਸ ਤੋਂ? ਕੀ ਇਸ ਦੇ ਕੋਈ ਅੰਕੜੇ ਅਵੇਲੇਬਲ ਨਹੀਂ ਹੈ ਸਰਕਾਰ ਕੋਲ ਕਿ ਕਿੰਨੇ ਲੋਕਾਂ ਨੇ ਕਿੰਨੀ ਹਾਰਡਸ਼ਿਪ ਉਸ ਦਿਨਾਂ ਦੇ ਵਿੱਚ ਫੇਸ ਕੀਤੀ ਜਾਂ ਕਰਨਗੇ? ਇਹਦੇ 'ਚ ਇੰਨਾ ਹੀ ਫਰਕ ਹੈ ਕਿ ਭਗਤ ਸਿੰਘ ਹਰਾਂ ਨੂੰ ਫੇਕ ਐਨਕਾਊਂਟਰ 'ਚ ਮਾਰ ਦਈਏ ਕਿ ਕੋਈ ਝੂਠਾ ਸੱਚਾ ਕੇਸ ਚਲਾ ਕੇ ਉਸਦੀ ਫਾਂਸੀ ਦੇ ਦਿੱਤੀ ਜਾਵੇ। ਪਰ ਮੈਂ ਇਹ ਕਹਿਣਾ ਕਿ ਇਹ ਅਦਾਲਤ ਦੀ ਜੂਰਿਸਪ੍ਰੂਡੈਂਸ ਦੇ ਕੁਐਸਚਨ ਦੀ ਅਸਲ 'ਚ ਮਿਸਯੂਜ਼ ਹੈ। ਜੂਰਿਸਪ੍ਰੂਡੈਂਸ ਹੋਰ ਚੀਜ਼ਾਂ ਵਾਸਤੇ ਰਿਜ਼ਰਵ ਕਰ ਲੈਣੀ ਚਾਹੀਦੀ ਹੈ ਸਾਨੂੰ। ਜੂਰਿਸਪ੍ਰੂਡੈਂਸ ਨੂੰ ਆਪਣੇ ਐਸੇ ਕੰਮ ਕਰਨੇ ਚਾਹੀਦੇ ਨੇ ਜਿਨ੍ਹਾਂ ਵਾਸਤੇ ਸੱਚਮੁੱਚ ਲੋੜ ਹੋਵੇ। ਯੂ ਆਰ ਵਾਕਿੰਗ ਡਾਇਰੈਕਟਲੀ ਇਨਟੂ ਦ ਲੈਟ ਅਰਜੁਨ ਇਜ਼ देयर, ਯੂ ਆਰ ਵਾਕਿੰਗ ਡਾਇਰੈਕਟਲੀ ਇਨਟੂ ਦ ਕੰਟੈਂਪਟ ਆਫ ਕੋਰਟ ਐਕਟ 1972। ਤੁਸੀਂ ਇਹ ਕਹਿ ਰਹੇ ਹੋ ਕਿ ਸੁਪਰੀਮ ਕੋਰਟ ਇਸ ਦੇਸ਼ ਦੇ ਵਿੱਚ ਮੌਲਿਕ ਹੱਕਾਂ ਦੇ ਕਤਲ ਦੇ ਲਈ ਕੀਤੀ ਜਾ ਰਹੀ ਕਾਨੂੰਨੀ ਪ੍ਰਕਿਰਿਆ ਦਾ ਹਿੱਸਾ ਬਣੀ ਬੈਠੀ ਹੁੰਦੀ ਹੈ ਜੀ, ਉਹਦਾ ਪਾਰਟ ਬਣ ਜਾਂਦੀ ਹੈ। ਸੁਪਰੀਮ ਕੋਰਟ ਉਸਦਾ ਪਾਰਟ ਬਣ ਜਾਂਦੀ ਹੈ। ਉਸ ਤੋਂ ਬਾਅਦ ਸਾਰੇ ਦਾ ਸਾਰਾ ਅਸੀਂ ਇਹ ਦੇਖ ਰਹੇ ਹੁੰਦੇ ਆ ਕਿ ਕਿਸ ਵੇਲੇ ਸੁਪਰੀਮ ਕੋਰਟ ਕੋਈ ਚੰਗਾ ਫੈਸਲਾ ਦਿੰਦੀ ਹੈ। ਜਿਵੇਂ ਹੁਣ ਕੱਲ ਚੰਗਾ ਫੈਸਲਾ, ਇੱਕ ਮਤਲਬ ਚੰਗਾ ਕੀ ਫੈਸਲਾ, ਸਟੇ ਆਈ ਹੈ। ਸਟੇ ਆਈ ਹੈ ਤੇ ਲੋਕਾਂ ਨੇ ਲੱਡੂ ਵੰਡੇ ਨੇ, ਹਲਦਵਾਨੀ ਦੇ ਮਾਮਲੇ ਸਟੇ ਆਈ ਤੇ ਲੋਕਾਂ ਨੇ ਵੀ ਘਰ ਨਹੀਂ ਗਿਰਾਏ ਜਾਣਗੇ। ਇਸ ਦੇ ਉੱਤੇ ਇੱਕ ਸਟੇ ਆਈ ਹੈ ਜਿਸ ਦਾ ਹਾਲੇ ਕੁਝ ਪਤਾ ਨਹੀਂ 1 ਮਹੀਨੇ ਬਾਅਦ ਕੀ ਹੋਣਾ, 1 ਮਹੀਨੇ ਬਾਅਦ ਕੀ ਹੋਣਾ ਕੋਈ ਜਾਣਦਾ ਨਹੀਂ ਹੈ। ਲੇਕਿਨ ਲੋਕਾਂ ਨੇ ਉਸੇ ਤੇ ਉੱਤੇ ਖੁਸ਼ੀ ਮਨਾ ਦਿੱਤੀ ਹੈ।
ਸੋ ਅਸੀਂ ਇਹ ਦੇਖ ਰਹੇ ਹਾਂ ਕਿ ਉਸੇ ਤਰ੍ਹਾਂ ਪਹਿਲਾਂ ਫੈਸਲੇ ਆ ਚੁੱਕੇ ਨੇ, ਅਯੋਧਿਆ ਦਾ ਮਾਮਲੇ ਦੇ ਵਿੱਚ ਫੈਸਲੇ ਆਏ, ਟ੍ਰਿਪਲ ਤਲਾਕ ਦੇ ਮਾਮਲੇ 'ਚ ਆਏ। ਅਸੀਂ ਸਾਰੇ ਫੈਸਲਿਆਂ ਦੇ ਵਿੱਚ ਇਹ ਬਾਰ-ਬਾਰ ਨੋਟ ਕੀਤਾ ਕਿ ਜੂਰਿਸਪ੍ਰੂਡੈਂਸ ਜਿਹੜੀ ਹੈਗੀ ਹੈ ਉਹ ਕਿੱਥੇ ਗਈ। ਸਾਰਾ ਲੌਜਿਕ ਤੁਸੀਂ ਦਿੰਦੇ ਹੋ, ਪੂਰੀ ਡਿਟੇਲ ਦੇ ਵਿੱਚ ਤੁਸੀਂ ਦੱਸਦੇ ਹੋ ਵੀ ਇਹ ਵੀ ਗਲਤ ਹੈ, ਇਹ ਵੀ ਗਲਤ ਹੈ, ਇਹ ਵੀ ਗਲਤ ਹੈ, ਇਹ ਵੀ ਗਲਤ, ਲੇਕਿਨ ਸਾਡਾ ਫੈਸਲਾ ਠੀਕ। ਜਾ ਕੇ ਯੂ ਟਰਨ ਲੈ ਲੈਂਦੇ ਹੋ। ਜਿਸ ਢੰਗ ਤਰੀਕੇ ਦੇ ਨਾਲ ਸੁਪਰੀਮ ਕੋਰਟ ਦੇ ਵਿੱਚ ਕੁਝ ਕੇਸਿਸ ਸੁਣੇ ਜਾ ਰਹੇ ਨੇ, ਕੁਝ ਨਹੀਂ ਸੁਣੇ ਜਾ ਰਹੇ, ਤੇ ਜਿਨ੍ਹਾਂ ਦੇ ਫੈਸਲੇ ਆ ਰਹੇ ਨੇ ਉਹ ਕਿਸ ਕਿਸਮ ਦਾ ਇੰਪੈਕਟ ਪਾ ਰਹੇ ਨੇ, ਪ੍ਰਭਾਵ ਪਾ ਰਹੇ ਨੇ ਸਾਡੀ ਰਾਜਨੀਤੀ ਦੇ ਉੱਤੇ ਤੇ ਇਸ ਦੇਸ਼ ਦੀ ਬਣਤਰ ਦੇ ਉੱਤੇ। ਸਾਡੇ ਨਾਲ ਚਰਚਾ ਵਿੱਚ ਸ਼ਾਮਿਲ ਨੇ ਡਾਕਟਰ ਪਿਆਰੇ ਲਾਲ ਗਰਗ ਜੀ, ਵਕੀਲ ਅਰਜੁਨ ਸ਼ੌਰਾਨ ਜੀ ਅਤੇ ਸਿਆਸੀ ਕਾਰਕੁਨ ਕਮਲਜੀਤ ਜੀ। ਅਰਜੁਨ ਜੀ, ਤੁਸੀਂ ਮਤਲਬ ਮੈਨੂੰ ਇਹ ਲੱਗਦਾ ਸੀਗਾ ਕਿ ਵਕੀਲ ਤੇ ਆ ਕੇ ਕਹੇਗਾ ਕਿ ਸਰ 24/7 ਜਿਹੜੇ ਸਾਰੇ ਡਿਬੇਟ ਨੇ ਉਹ ਤੇ ਸੁਪਰੀਮ ਕੋਰਟ ਤੇ ਹਾਇਰ ਜੁਡੀਸ਼ਰੀ ਬਾਰੇ ਹੋਣੇ ਚਾਹੀਦੇ ਨੇ ਜੇ ਇਹ ਡੈਮੋਕ੍ਰੇਸੀ ਦੇ ਵਿੱਚ ਆਖਰੀ ਢਾਲ ਹੈ। ਤੁਸੀਂ ਇਹ ਕੁਐਸਚਨ ਕੀਤਾ ਹੈ ਕਿ ਇਹ ਫੈਸਲੇ ਸੁਪਰੀਮ ਕੋਰਟ ਦੇ ਵਿੱਚ ਜਾਂਦੇ ਹੀ ਕਿਉਂ ਨੇ, ਵਿਚ ਬ੍ਰਿੰਗਸ ਮੀ ਟੂ ਦਿਸ ਕਿ ਇਹ ਪੋਲਿਟਿਕਸ ਦਾ ਫੇਲਿਅਰ ਹੈ। ਦੇਖੋ, ਇਹ ਦੇਸ਼ ਇੱਕ ਵੱਡੇ ਲੈਵਲ ਦੇ ਉੱਤੇ ਇਹ ਸਿਆਸਤਦਾਨਾਂ ਨੇ ਬਣਾਇਆ। ਸਾਡੇ ਬਹੁਤ ਸਾਰੇ ਜਿਹੜੇ ਸਿਆਸਤਦਾਨ ਸੀਗੇ ਜਿਹੜੇ ਨੈਸ਼ਨਲਿਸਟ ਮੂਵਮੈਂਟ ਦੇ ਨਾਲ ਜੁੜੇ ਹੋਏ, ਉਹ ਵਕੀਲ ਸਨ, ਚਾਹੇ ਉਧਰੋਂ ਜਿਨਾ ਹੋਣ, ਇਧਰੋਂ ਨਹਿਰੂ ਹੋਣ, ਗਾਂਧੀ ਹੋਣ, ਕਲਾਮ ਹੋਣ, ਤੇ ਐਂਡਲੈਸ ਸੀ, ਰਾਜਗੋਪਾਲਾਚਾਰੀ ਹੋਣ, ਤੇ ਲੌਂਗ ਲਾਈਨ ਸਾਰੇ ਵਕੀਲਾਂ ਨੇ ਇਕੱਠੇ ਕੀਤਾ। ਪਰ ਉਹਨਾਂ ਨੇ ਵਕਾਲਤਾਂ ਦੇ ਥਰੂ ਇਹ ਦੇਸ਼ ਨਹੀਂ ਬਣਾਇਆ, ਉਹਨਾਂ ਨੇ ਸਿਆਸਤ ਦੇ ਥਰੂ ਇਹ ਦੇਸ਼ ਬਣਾਇਆ। ਭਾਵੇਂ ਉਹਨਾਂ ਨੇ 1935 ਵਾਲਾ ਐਕਟ ਲਿਆ ਕੇ ਇੱਕ ਕਾਨੂੰਨੀ ਰਸਤਾ ਉਹਦੇ ਚੋਂ ਕੱਢ ਲਿਆ। ਤੁਹਾਨੂੰ ਲੱਗਦਾ ਹੈ ਅੱਜ ਜਿਸ ਵੇਲੇ ਲਤੀਫਪੁਰੇ ਦੇ ਲੋਕਾਂ ਦੇ ਘਰ ਜਾਂਦੇ ਨੇ ਤੇ ਉਹ ਠੰਡੀਆਂ ਉੱਥੇ ਰਾਤਾਂ ਵਿੱਚ ਬੈਠੇ ਹੋਏ ਨੇ, ਤਾਂ ਇਹ ਪੋਲਿਟਿਕਸ ਦਾ ਫੇਲਿਅਰ ਹੈ। ਜੇ ਹਲਦਬਾਨੀ ਦਾ ਮਾਮਲਾ ਇੱਥੇ ਤੱਕ ਪਹੁੰਚਦਾ ਹੈ ਕਿ ਸੁਪਰੀਮ ਕੋਰਟ ਥੋੜੀ ਜਿਹੀ ਰਿਲੀਫ ਦਿੰਦੀ ਹੈ ਕਿ ਅੱਛਾ ਮਹੀਨਾ ਇਹਨਾਂ ਦੇ ਘਰ ਨਾ ਢਾਓ, ਸਵਾਲ ਤਾਂ ਇਹੀ ਸੀ ਨਾ ਕਿ ਜੀ ਇੰਨੀ ਸਰਦੀ ਵਿੱਚ ਪਿਛਲੇ 50 ਤੋਂ 70 ਸਾਲ ਤੋਂ ਇੱਕ ਜਗ੍ਹਾ ਤੇ ਬੈਠੇ ਹੋਏ ਲੋਕਾਂ ਦੇ ਘਰ ਹੁਣੇ ਹੀ ਢਾ ਦਿੱਤੇ ਜਾਣ ਕਿ ਹਫ਼ਤਾ ਕੁ ਰੋਕ ਲਿਆ ਜਾਵੇ, ਇੰਨਾ ਕੋਈ ਸਵਾਲ ਸੀ। ਤੇ ਇਹਦੇ ਸੁਪਰੀਮ ਕੋਰਟ ਨੇ ਕਿਹਾ ਰੁਕ ਜਾਓ ਥੋੜੇ ਦਿਨ, ਇਹਨਾਂ ਨੂੰ ਕਿਤੇ ਵਸੂ ਦੇਣਾ, ਫਸਾ ਦੇਣਾ ਕਿਤੇ। ਉਹ ਰੀਹੈਬਿਲਿਟੇਸ਼ਨ ਕਿੱਦਾਂ ਦੀ ਹੋਏਗੀ, ਕੀ ਇਹਨਾਂ ਸਾਰਿਆਂ ਨੂੰ ਘਰ ਮਿਲਣਗੇ? ਥੋੜੀ ਜਿਹੀ ਇਹਦੇ ਤੇ ਵੀ ਚਾਨਣਾ ਪਾਓ ਕਿ ਸੁਪਰੀਮ ਕੋਰਟ ਤੇ ਦੇਸ਼ ਦੀਆਂ ਨਜ਼ਰਾਂ 'ਚ ਰੀਹੈਬਿਲਿਟੇਸ਼ਨ ਕਿਸ ਨੂੰ ਕਹਿੰਦੇ ਨੇ, ਤੇ ਫਿਰ ਉਹ ਸਿਆਸਤ ਜਿਹੜੀ ਉੱਥੇ ਫੇਲ ਹੁੰਦੀ ਹੈ ਉਹਦੀ ਜਵਾਬਦੇਹੀ ਕਿਸ ਦੀ ਹੋਵੇਗੀ? ਆਫਟਰ ਆਲ ਮਤਲਬ ਉੱਤਰਾਖੰਡ ਦੀ ਸਾਰੀ ਆਪੋਜੀਸ਼ਨ ਪਾਰਟੀਆਂ ਹੋਣਗੀਆਂ ਇੱਕ ਇਹੋ ਜਿਹੇ ਵੇਲੇ ਜਦੋਂ ਆਪੋਜੀਸ਼ਨ ਬੜੀ ਸਰਗਰਮ ਹੈ ਦੇਸ਼ ਦੇ ਵਿੱਚ, ਅਸੀਂ ਸਿਆਸਤ ਨੂੰ ਮਿਸਿੰਗ क्यों देख रहे हैं? ये बड़ा सवाल है और मुझे लगता है इस पे ज़्यादा फोकस करना चाहिए, क्योंकि हम बहुत ज़्यादा कई बार ये जुडिशरी में क्या हो रहा है, जुडिशरी में अपॉइंटमेंट्स कैसे हो रही हैं, वो इम्पोर्टेंट सवाल है अपनी जगह, पर ये बहुत बड़ा सवाल है कि ये इतने मुद्दे सुप्रीम कोर्ट में, हाई कोर्ट में, बाकी कोर्ट्स में आ क्यों रहे हैं? ये फेलियर ऑफ पॉलिटिकल सिस्टम है कि नहीं है? क्या ऐसा क्यों होता है कि हमारे अधिकारी स्पीकिंग ऑर्डर भी पास नहीं करते? ऐसा क्यों होता है कि अगर कोई पॉलिसी बनती है तो वो ऑपोजिशन उस पर अपनी ऑपोजिशन से पूछा नहीं जाता या ऑपोजिशन उस पर अपनी बात नहीं रखती? और ये इंपॉर्टेंट है, वो इसलिए मैं एग्जांपल आपको दिया था ना कि अगर किसी को सर्दी खांसी के वक्त ही देख लिया जाए तो उसको निमोनिया से बचाया जा सकता है, आईसीयू से बचाया जा सकता है। तो सुप्रीम कोर्ट तो आईसीयू है या हाई कोर्ट आईसीयूज है। ਸੋ ਕਿਸਾਨਾਂ ਨੇ ਠੀਕ ਕੀਤਾ ਸੀ ਜਿਸ ਵੇਲੇ 3 ਕਾਲੇ ਬਿੱਲ ਆਏ ਤੇ ਬੜੀ ਜਨਤਾ ਉਹਨਾਂ ਨੂੰ ਸਲਾਹ ਦਿੰਦੀ ਸੀ ਭਾਈ ਤੁਸੀਂ ਕੋਰਟ ਤੇ ਚਲੇ ਜਾਓ, ਅਦਾਲਤ ਤੇ ਚਲੇ ਜਾਓ, ਸੁਪਰੀਮ ਕੋਰਟ ਚਲੇ ਜਾਓ। ਇਹ ਕਮਲਜੀਤ ਜੀ ਸਿੰਘ ਬਾਰਡਰ ਤੇ ਡਟੇ ਹੋਏ ਸੀਗੇ, ਡਾਕਟਰ ਪਿਆਰੇ ਲਾਲ ਗਰਗ ਉੱਥੇ ਡਟੇ ਰਹੇ ਨੇ, ਕਿਸਾਨ ਨਹੀਂ ਗਏ। बिल्कुल, आप फाइनल आउटकम उसकी देख लीजिए, फैसला सियासत नाल ही करना चाहिए। और ये हर मूवमेंट ने ये दिखाया है कि दोनों जगह ये मूवमेंट चलती है, जमीन पे भी और कागजों और कोर्ट में भी, ठीक है। और क्योंकि अगर आप जमीन की मूवमेंट नहीं जीत पाएंगे, और ये हमने देखा है भारत में टेक सिर्फ अदालत ते रखनी जड़ी है, भारत अगर आप जमीन की मूवमेंट में अपनी स्ट्रॉन्ग मेहनत नहीं करते, जद्दोजहद नहीं करते, तो अदालत में भी कई बार, क्योंकि वो अदालत का फैसला लीगैलिटी पे आता है, वो बहुत नैरो होता है उसका फोकस। अनफॉर्चुनेटली हम लोगों को लगता है कि अदालत में पॉलिटिकल मुद्दे, सोशल मुद्दे, हर चीज डिसाइड करेगी। लेट मी मतलब थोड़ा जा फारफेस्ट जाएगा, लेट मी ट्राई टू कनेक्ट द टू थिंग्स। जी अर्जुन जी कह रहे हैं कि ਜ਼ਮੀਨੀ ਲੜਾਈਆਂ ਦਾ ਕੋਈ ਬਦਲ ਨਹੀਂ ਹੁੰਦਾ, ਕਾਨੂੰਨੀ ਲੜਾਈਆਂ ਉਹਨਾਂ ਨੂੰ ਕੇਵਲ ਸਪਲੀਮੈਂਟ ਹੀ ਕਰ ਸਕਦੀਆਂ। ਮੈਂ ਕਈ ਵਾਰੀ ਸੋਚਦਾ ਹੁਣ ਪੰਜਾਬ ਨੂੰ MSP ਬਾਰੇ ਕਮੇਟੀ ਬਣਾਈ ਆ, ਉਹਦੇ 'ਚ ਕੋਈ ਰਿਪਰੈਜ਼ੈਂਟੇਸ਼ਨ ਨਹੀਂ ਦਿੱਤੀ। ਐਗਰੀਕਲਚਰ ਕਾਸਟ ਐਂਡ ਪ੍ਰਾਈਸਿਸ ਕਮਿਸ਼ਨ ਬਣਾਇਆ ਜਿੰਨੇ ਫਸਲਾਂ ਦਾ ਰੇਟ ਤੈਅ ਕਰਨਾ ਹੈ, ਉਹਦੇ 'ਚ ਪੰਜਾਬ ਦੀ ਕੋਈ ਰਿਪਰੈਜ਼ੈਂਟੇਸ਼ਨ ਨਹੀਂ ਹੈਗੀ। ਇੱਕ ਤਾਂ ਕੋਈ ਬੰਦਾ ਜਾ ਕੇ ਅਦਾਲਤ 'ਚ ਕੁੰਡਾ ਖੜਕਾ ਸਕਦਾ ਹੈ ਕਿ ਜੀ ਦੇਖੋ ਸਾਡਾ ਹੱਕ ਬਣਦਾ, ਸਾਨੂੰ ਨਹੀਂ ਦਿੱਤੀ, ਅਸੀਂ ਗ੍ਰੇਨ ਪ੍ਰੋਡਿਊਸਿੰਗ ਸਟੇਟ ਆ। ਦੂਸਰਾ ਇਹ ਹੈ ਕਿ ਤੁਸੀਂ ਕੋਈ ਸਿਆਸੀ ਕਦਮ ਉਠਾ ਸਕਦੇ ਹੋ ਜਿਹਦੇ ਨਾਲ ਪ੍ਰੈਸ਼ਰਾਈਜ਼ ਕੀਤਾ ਜਾਵੇ ਤੇ ਤੁਸੀਂ ਆਪਣੀ ਮੰਗ ਮਨਵਾਓ। ਜਿਹੜਾ ਅਰਜੁਨ ਜੀ ਇਹ ਦੋਨਾਂ ਵਿੱਚ ਫਾਸਲਾ ਗਿਣ ਰਹੇ ਨੇ, ਅਸੀਂ ਬੜੇ ਲੰਬੇ ਤੋਂ ਸਮੇਂ ਤੋਂ ਸੁਣਦੇ ਆ ਰਹੇ ਹਾਂ ਕਿ ਜਿਸ ਵੇਲੇ ਐਗਜ਼ੈਕਟਿਵ ਸਟਰੋਂਗ ਹੁੰਦੀ ਹੈ ਸਾਡੇ ਦੇਸ਼ ਦੇ ਵਿੱਚ, ਉਸ ਵੇਲੇ ਸੁਪਰੀਮ ਕੋਰਟ ਵੀਕ ਹੋ ਜਾਂਦੀ ਹੈ। ਜਿਸ ਵੇਲੇ ਐਗਜ਼ੈਕਟਿਵ ਵੀਕ ਹੁੰਦੀ ਹੈ, ਕੋਲੀਸ਼ਨ ਸਰਕਾਰਾਂ ਦਾ ਜ਼ਮਾਨਾ ਹੁੰਦਾ, ਤਾਂ ਸੁਪਰੀਮ ਕੋਰਟ ਬੜੀ ਸਟਰੋਂਗ ਹੋ ਜਾਂਦੀ ਹੈ। ਕਿ ਜੇ ਸਾਨੂੰ ਅੱਜ ਸੁਪਰੀਮ ਕੋਰਟ ਦੇ ਵਿੱਚ ਤਰੇੜਾਂ ਦਿਸਦੀਆਂ ਨੇ, ਜੇ ਅੱਜ ਅਦਲੀਆ ਜਿਹੜੀ ਹਾਇਰ ਅਦਲੀਆ ਹੈ ਉਹ ਝੁਕਦੀ ਦਿਸਦੀ ਹੈ ਐਗਜ਼ੈਕਟਿਵ ਦੇ ਸਾਹਮਣੇ, ਤੇ ਇਸ ਲਈ ਕਿ ਸਿਆਸਤ ਵਾਲਾ ਕੰਮ ਜ਼ਮੀਨ ਤੇ ਨਹੀਂ ਹੋਇਆ, ਆਪੋਜੀਸ਼ਨ ਉਨੀ ਵੀਕ ਹੈ, ਇੱਕ ਪਾਸੜ ਰਾਜ ਹੈ, ਹਾਕਮ ਦਾ ਜ਼ੋਰ ਹੈ, ਤੇ ਉਹ ਫਿਰ ਸੁਪਰੀਮ ਕੋਰਟ ਦੀ ਜਿਹਨੇ ਸਾਡੀ ਧੌਣ ਤੋਂ ਗੋਡਾ ਹਟਾਉਣਾ ਹੁੰਦਾ, ਉਹ ਸੁਪਰੀਮ ਕੋਰਟ ਦੀ ਧੌਣ ਤੇ ਗੋਡਾ ਦੇਣ ਨੂੰ ਫਿਰਦਾ। ਦੇਖੋ ਗੱਲ ਇਹ ਹੈ, ਇਹ ਸਹੀ ਕਿਹਾ ਅਰਜਨ ਜੀ ਨੇ
ਵੀ ਤੁਸੀਂ ਵੀ ਕਿਹਾ ਵੀ ਸਾਡਾ ਦੇਸ਼ ਆਜ਼ਾਦ ਕਾਹਦੇ ਨਾਲ ਹੋਇਆ, ਕੋਈ ਕੋਰਟ 'ਚ ਮੁਕੱਦਮਾ ਕਰਕੇ ਨਹੀਂ ਹੋਇਆ। ਪਹਿਲਾਂ ਜੇ ਅਸੀਂ ਉੱਥੇ ਦੇਖੀਏ, ਉਹ ਚਾਹੇ ਸ਼ਹੀਦੀਆਂ ਦਿੱਤੀਆਂ, ਚਾਹੇ ਜੇਲ੍ਹਾਂ ਕੱਟੀਆਂ, ਉਹ ਪੋਲੀਟੀਕਲ ਮੂਵਮੈਂਟ ਨਾਲ ਹੋਇਆ। ਚਾਹੇ ਬਾਈਕਾਟ ਕਰੇ, ਚਾਹੇ ਪਿਕਟਿੰਗ ਕਰੀ ਦੁਕਾਨਾਂ ਦੇ ਅੱਗੇ ਜਾ ਕੇ। ਇਸ ਦੇਸ਼ ਵਿੱਚ ਜਿੰਨੀਆਂ ਸ਼ਹਾਦਤਾਂ, ਜੋ ਕੁਰਬਾਨੀਆਂ ਸਿਆਸਤਦਾਨਾਂ ਨੇ ਦਿੱਤੀਆਂ ਨੇ, ਕੋਈ ਮੈਚ ਨਹੀਂ ਹੈ, ਕੋਈ ਨਹੀਂ ਮੈਚ ਕਰ ਸਕਦਾ। ਤੇ ਇਹ ਜਿਹੜੀ ਇਹ ਪੋਲੀਟੀਕਲ ਮੂਵਮੈਂਟ ਹੈ, ਉਹ ਸਮਾਜ ਨੂੰ ਹਿਲਾਉਂਦੀ ਹੈ, ਉਹ ਐਗਜ਼ੈਕਟਿਵ ਨੂੰ ਮਜਬੂਰ ਕਰਦੀ ਹੈ, ਉਹ ਜੁਡੀਸ਼ਰੀ ਨੂੰ ਵੀ ਪ੍ਰਭਾਵਿਤ ਕਰਦੀ ਹੈ। ਜੇ ਤੁਸੀਂ ਕਿਸਾਨ ਅੰਦੋਲਨ ਦੀ ਗੱਲ ਕਰੀ ਹੈ ਤਾਂ ਚੀਫ ਜਸਟਿਸ ਜਿਨ੍ਹਾਂ ਬਾਰੇ ਕਿਹਾ ਜਾਂਦਾ ਸੀ ਵੀ ਉਹ ਤਾਂ ਸਰਕਾਰ ਦੇ ਇੱਕ ਕਿਸਮ ਦਾ ਐਸਟੈਬਲਿਸ਼ਮੈਂਟ ਵਾਲੀ ਗੱਲ ਹੀ ਕਰਦੇ ਨੇ ਜ਼ਿਆਦਾ, ਉਹਨਾਂ ਨੇ ਕਿਹਾ ਵੀ ਮੈਂ ਆਪਣੇ ਹੱਥ ਖੂਨ ਨਾਲ ਨਹੀਂ ਰੰਗਣੇ ਜਦ ਇਹ ਗਏ ਉੱਥੇ। ਇਹ ਕੀ ਸੀ ਵੀ ਉਹ ਬੈਠੇ ਨੇ, ਗੋਲੀ ਚਲਾਉਣੀ ਹੋਊਗੀ ਨਾ, ਇਹ ਕੰਮ ਅਸੀਂ ਨਹੀਂ ਕਰਨਾ, ਤੁਸੀਂ ਆਪੇ ਕਰੋ ਫੈਸਲਾ। ਸੋ ਇਹ ਜਿਹੜਾ ਪੋਲੀਟੀਕਲ ਕਿਸਾਨ ਤੇ ਜਲਿਆਂ ਵਾਲਾ ਬਾਗ ਬਣਾ ਕੇ ਬੈਠ ਹੀ ਗਏ ਸੀ, ਜਨਰਲ ਡਾਇਰੀ ਵਿਚਾਰਾ ਚ ਚਲਾ ਰਿਹਾ। ਸਾਡੇ ਅੱਜ ਦੁਖਾਂਤ ਕੀ ਹੈ, ਸਾਡੀਆਂ ਪੋਲੀਟੀਕਲ ਪਾਰਟੀਆਂ ਡਰਾਇੰਗ ਰੂਮ ਬॉय ਬਣ ਕੇ ਬੈਠ ਕੇ ਇੱਕ ਦੂਜੇ ਨੂੰ ਭਾਸ਼ਣ ਕਰਦੀਆਂ ਨੇ, ਇੱਕ ਦੂਜੇ ਨੂੰ ਦੋਸ਼ ਦਿੰਦੀਆਂ, ਥੱਲੇ ਮੂਵਮੈਂਟ ਨਹੀਂ ਲਾਂਚ ਕਰਦੀਆਂ। ਸੋ ਜੇ ਥੱਲੇ ਮੂਵਮੈਂਟ ਜਿਹੜਾ ਵੀ ਲਾਂਚ ਕਰ ਲੇ, ਉਹ ਮੂਵਮੈਂਟ ਹੜਾ ਦਿੰਦੀ ਹੈ। ਮੈਂ ਇੱਕ ਛੋਟੀ ਜਿਹੀ ਲਾਈਨ ਕਹਿ ਕੇ ਗੱਲ ਖਤਮ ਕਰਾਂਗਾ। ਜਿਹੜਾ ਗੁਰਦੁਆਰਿਆਂ ਤੋਂ ਕਬਜ਼ਾ ਮਹੰਤਾਂ ਦਾ ਛੁਡਾਇਆ ਸੀ, ਉਹ ਅੰਗਰੇਜ਼ਾਂ ਦੇ ਉੱਤੋਂ ਕੋਈ ਅਦਾਲਤ 'ਚ ਜਾ ਕੇ ਨਹੀਂ ਛੁਡਾਇਆ, ਕਾਨੂੰਨ ਅਨੁਸਾਰ ਨਹੀਂ ਸੀ ਛੁਡਾਇਆ ਕੋਈ ਨਾ। ਕਾਨੂੰਨ ਦਾ ਮਤਲਬ ਹੀ ਕੋਈ ਨਹੀਂ, ਕਾਨੂੰਨ ਨੇ ਤੁਹਾਨੂੰ ਕਬਜ਼ਾ ਦਿੱਤਾ ਹੋਇਆ, ਅਦਾਲਤ ਵੀ ਅੰਗਰੇਜ਼ ਦੀ ਸੀ ਉਦੋਂ ਤਾਂ, ਪਰ ਉਹ ਜਿਹੜਾ ਛੁਡਾਇਆ ਸੀ ਨਾ, ਉਹ ਹਿੱਕ ਦੇ ਜੋੜ ਛੁਡਾਇਆ ਸੀ ਪੋਲੀਟੀਕਲ ਮੂਵਮੈਂਟ ਨਾਲ, ਵੀ ਚੰਗਾ ਫਿਰ ਕਰਕੇ ਦਿਖਾਓ। ਤੇ ਉਹੀ ਅੰਗਰੇਜ਼ ਡਿਪਟੀ ਕਮਿਸ਼ਨ ਨੂੰ ਚਾਬੀਆਂ ਦੇਣੀਆਂ ਪਈਆਂ ਸੀ ਦੂਜੇ ਦਿਨ। ਸੋ ਇਸ ਕਰਕੇ ਅੱਜ ਸਾਡਾ ਸਿਆਸਤਦਾਨ ਤਸ਼ੱਦਦ ਝੱਲਣ ਨੂੰ ਤਿਆਰ ਨਹੀਂ, ਠੰਡ ਝੱਲਣ ਨੂੰ ਤਿਆਰ ਨਹੀਂ, ਲੋਕਾਂ ਨੂੰ ਇਕੱਠੇ ਕਰਨ ਨੂੰ ਤਿਆਰ ਨਹੀਂ, ਕਿਉਂਕਿ ਉਹਨੂੰ ਡਰ ਲੱਗਦਾ ਹੈ ਵੀ ਫਿਰ ਮੈਨੂੰ ਵੀ ਸਵਾਲ ਕਰਨਗੇ। ਸੋ ਜਦ ਤੁਸੀਂ ਲੋਕਾਂ ਨੂੰ ਡਿਸਐਮਪਾਵਰ ਕਰੋਗੇ ਤਾਂ ਸੁਪਰੀਮ ਕੋਰਟ ਜਿੰਨੀ ਮਰਜ਼ੀ ਤਕੜੀ ਹੋ ਜੇ, ਹਾਈ ਕੋਰਟ ਜਿੰਨੀ ਮਰਜ਼ੀ ਤਕੜੀ ਹੋ ਜੇ, ਐਗਜ਼ੈਕਟਿਵ ਜੋ ਮਰਜ਼ੀ ਹੋ ਜੇ, ਫਿਰ ਉੱਥੇ ਮੈਨੂੰ ਸ਼ਬਦ ਵਸਿਆ ਔਖਾ ਹੈ ਕਹਿਣਾ, ਉੱਥੇ ਉਹਨਾਂ ਦੇ ਰਾਜ ਚੱਲੇਗਾ ਜਿਨ੍ਹਾਂ ਨੇ ਧੱਕਾ ਧੋੜੀ ਕਰਨਾ ਹੈ। ਉਹਨਾਂ ਨੂੰ ਕੋਈ ਕਾਨੂੰਨ ਨਾਲ, ਕੋਈ ਸਮਾਜ ਨਾਲ, ਕੋਈ ਦੇਸ਼ ਨਾਲ ਕੱਖ ਨਹੀਂ ਹੁੰਦਾ, ਆਪਣੇ ਆਪ ਨਾਲ। ਪਰ ਜਦੋਂ ਅਜਿਹਾ ਹੋਵੇ ਉਸ ਵੇਲੇ ਤਾਂ ਕਾਨੂੰਨ ਦੀ ਲੋੜ ਹੁੰਦੀ ਹੈ। ਕਮਲਜੀਤ ਜੀ, ਇਜ਼ ਦੈਟ ਐਨਫ ਟੂ ਸੇ ਕਿ ਸਿਆਸਤ ਆਪਣਾ ਕੰਮ ਕਰੇਗੀ ਤਾਂ ਸ਼ਾਇਦ ਕੋਈ ਸਾਨੂੰ ਕੋਈ ਅਦਲੀਆ ਬਾਰੇ ਕੋਈ ਚਿੰਤਾ ਕਰਨ ਦੀ ਲੋੜ ਨਹੀਂ। ਚਿੰਤਾ ਦੀ ਲੋੜ ਤੇ ਹੈ। ਮੈਂ ਮੰਨਦਾ ਕਿ ਜੋ ਕੰਮ ਸਿਆਸਤ ਨਾਲ ਹੋਣਾ, ਹੁਣ ਉਹਨਾਂ ਨੇ ਕਾਸਟ ਦਾ ਸੈਂਸਸ ਕਰਤਾ ਸੀ ਪੂਰੇ ਦੇਸ਼ ਦੇ ਵਿੱਚ, ਜਿਹੜਾ ਸੋਸ਼ੀਓ ਇਕਨੋਮਿਕ ਐਂਡ ਕਾਸਟ ਸੈਂਸਸ ਜਿਹੜਾ ਕੀਤਾ, ਉੱਥੇ ਦਾ ਉੱਥੇ ਹੀ ਸੀਕ੍ਰੇਟ ਪਿਆ। ਤਾਂ ਫਿਰ ਬਿਹਾਰ ਦੇ ਵਿੱਚ ਨਿਤੀਸ਼ ਕੁਮਾਰ ਇੱਕ ਰਾਜਨੀਤਿਕ ਸਟੈਪ ਲੈ ਰਹੇ ਨੇ ਨਾ, ਉੱਥੇ ਸ਼ਨੀਵਾਰ ਤੋਂ ਲੈ ਕੇ ਕਾਸਟ ਸੈਂਸਸ ਸ਼ੁਰੂ ਹੋ ਗਿਆ। ਉਹ ਬੜੀ ਦੇਰ ਤੋਂ ਡਿਮਾਂਡ ਕਰਦੇ ਰਹੇ ਨੇ ਕਿ ਕਰਾਓ ਇੱਥੇ ਕਾਸਟ ਸੈਂਸਸ। ਤੇ ਇਹ ਸਾਰਾ ਦੇਸ਼ ਜਾਣਦਾ ਕਿ ਜੇ ਇਹ ਰਾਜਨੀਤਿਕ ਸਟੈਪ ਸਟੇਟਸ ਦੇ ਵਿੱਚ ਸਟੇਟ ਗਵਰਨਮੈਂਟਸ ਲੈ ਲੈਣ ਤਾਂ ਇਸ ਦੇਸ਼ ਦੀ ਸਿਆਸਤ ਹੁਣੇ ਹਫਤੇ ਵਿੱਚ ਬਦਲਦੀ ਹੈ, ਮਹੀਨੇ ਵਿੱਚ ਬਦਲਦੀ ਹੈ। ਜੇ ਕਾਸਟ ਸੈਂਸਸ ਹੋ ਜਾਂਦਾ ਤਾਂ ਫਿਰ ਇਹ ਸਾਰੀਆਂ ਡਿਮਾਂਡਸ, ਰਿਜ਼ਰਵੇਸ਼ਨ ਦਾ ਸਾਰਾ ਡਿਬੇਟ, ਮੰਡਲ ਕਮਿਸ਼ਨ ਦੁਬਾਰਾ ਤੋਂ ਬੜੇ ਵੱਡੇ ਤਰੀਕੇ ਨਾਲ ਖੁੱਲ੍ਹਦਾ ਹੈ। ਇਸ ਦੇਸ਼ ਦੇ ਵਿੱਚ ਕਿਸ ਦਾ ਕਿੰਨਾ ਹਿੱਸਾ ਬਣਦਾ ਹੈ, ਇਹ ਬਹੁਤ ਵੱਡੇ ਡਿਬੇਟ ਉੱਠਣਗੇ। ਬਟ ਇਜ਼ ਦੈਟ ਦਾ ਰੀਜ਼ਨ ਕਿ ਅਸੀਂ ਉਧਰ ਧਿਆਨ ਦੇਣਾ ਬੰਦ ਕਰ ਦਈਏ? ਅੱਜ ਚੀਖ ਕੇ ਸੁਪਰੀਮ ਕੋਰਟ ਇਹ ਕਹਿ ਰਹੀ ਹੈ, ਕੱਲ ਤੁਸੀਂ ਉਹ ਦੇਖਿਆ ਪਿਛਲੇ ਹਫਤੇ ਵੀ ਇਸੇ ਹਫਤੇ ਹੀ ਜਸਟਿਸ ਸੰਜੇ ਕਿਸ਼ਨ ਕੌਲ ਵਾਲੇ ਬੈਂਚ ਨੇ ਸਰਕਾਰ ਨੂੰ ਕੀ ਕਿਹਾ ਕਿ ਉਹ ਕਿੰਨੇ ਨਾਖੁਸ਼ ਨੇ ਕਿ ਅਸੀਂ ਇੱਧਰੋਂ ਜੱਜਿਸ ਲਗਾ ਰਹੇ ਹਾਂ, ਤੁਸੀਂ ਫਾਈਲਾਂ ਦੱਬ ਕੇ ਬੈਠ ਰਹੇ ਹੋ। ਜੇ ਇਹ ਹਾਲ, ਬੇਸਿਕਲੀ ਸਰਕਾਰ ਸੁਪਰੀਮ ਕੋਰਟ ਨਾਲ ਧੱਕਾ ਕਰ ਰਹੀ ਹੈ ਤੇ ਇਹ ਗੱਲ ਸੁਪਰੀਮ ਕੋਰਟ ਔਨ ਰਿਕਾਰਡ ਕਹਿ ਰਹੀ ਹੈ, ਕਿ ਅਜੇ ਵਿੱਚ ਇਹ ਵੱਡੀ ਬਹਿਸ ਦਾ ਹਿੱਸਾ ਨਹੀਂ ਹੋਣਾ ਚਾਹੀਦਾ? ਮੈਨੂੰ ਲੱਗਦਾ ਹੈ ਕਿ ਵੱਡੀ ਬਹਿਸ ਦਾ ਹਿੱਸਾ ਬਿਲਕੁਲ ਹੋਣਾ ਚਾਹੀਦਾ ਹੈ, ਲੇਕਿਨ ਜਿਹੜੀ ਸਿਆਸਤ ਵਾਲੀ ਡਿਬੇਟ ਹੈ ਉਹਦੇ 'ਚ ਮੈਂ ਜਸਟ ਇੱਕ ਹੋਰ ਪ੍ਰੀਵਿਊ ਦੇਣਾ ਚਾਹੁੰਦਾ ਜੀ। ਸਿਆਸਤ ਪਹੁੰਚ ਕਿੱਥੇ ਗਈ ਹੈ ਇਸ ਵੇਲੇ? ਸਿਆਸਤ ਜਿਹੜੀ ਹੋ ਰਹੀ ਹੈ ਉਹ ਕੀ ਹੈ? ਇੱਕ ਤਾਂ ਹੈ ਨਾ ਕਿ ਸਿਆਸਤ ਹੋ ਨਹੀਂ ਰਹੀ, ਕੁਝ ਤਾਕਤਾਂ ਨੇ ਜਿਹੜੀਆਂ ਸਿਆਸਤ ਕਰ ਨਹੀਂ ਰਹੀਆਂ, ਲੇਕਿਨ ਆਪਾਂ ਇਹ ਵੀ ਦੇਖ ਰਹੇ ਹਾਂ ਕਿ ਹਿੰਦੁਸਤਾਨ 'ਚ ਜਦੋਂ ਆਪਾਂ ਡੈਮੋਕ੍ਰੇਸੀ ਸਥਾਪਿਤ ਕੀਤੀ, ਆਪਾਂ ਇਹ ਮੰਨਿਆ ਕਿ ਜੋ ਮੈਜੋਰਿਟੀ ਹੋਏਗਾ ਉਹ ਮੈਜੋਰਿਟੀ ਜਿਹੜੀ ਹੈ ਉਹ ਸਰਕਾਰ ਬਣਾਏਗੀ ਤੇ ਉਹ ਮੈਜੋਰਿਟੀ ਦੇ ਹਿਸਾਬ ਨਾਲ ਚੱਲੇਗਾ। ਤਾਂ ਉਹਦਾ ਮਤਲਬ ਇੱਕ ਪੋਜ਼ਿਟਿਵ ਤਰੀਕੇ ਨਾਲ ਉਸਨੂੰ ਦੇਖਿਆ ਗਿਆ ਸੀਗਾ ਕਿ ਮੈਜੋਰਿਟੀ ਦੀ ਰਾਏ ਜਿਹੜੀ ਹੈਗੀ ਆ ਉਹ ਹੀ ਸਰਕਾਰ ਨਸ਼ਰ ਕਰੇਗੀ, ਸਰਕਾਰ ਕਿਸੇ ਮਿਨੋਰਿਟੀ ਦੀ ਰਾਏ ਦੇ ਉੱਤੇ ਨਸ਼ਰ ਨਹੀਂ ਕਰੇਗੀ। ਲੇਕਿਨ ਅੱਜ ਉਹ ਗੱਲ ਇੱਥੇ ਪਹੁੰਚ ਚੁੱਕੀ ਹੈ ਕਿ ਇਸ ਲੈਵਲ ਦੀ ਮੈਜੋਰਿਟੀ ਇੱਕ ਪਾਰਟੀ ਕੋਲ, ਇੱਕ ਧਿਰ ਕੋਲ ਆ ਚੁੱਕੀ ਹੈ ਕਿ ਉਹ ਖੁਦ ਪੂਰੇ ਸਿਸਟਮ ਦੀਆਂ ਜੜ੍ਹਾਂ ਹੀ ਤਬਦੀਲ ਕਰਨ ਲੱਗ ਚੁੱਕੀ ਹੈ, ਉਹ ਪੂਰੇ ਸਿਸਟਮ ਨੂੰ ਹੀ ਚੇਂਜ ਕਰਨ ਲੱਗੀ। ਤੇ ਠੀਕ ਉਸੇ ਦੌਰ ਦੇ ਵਿੱਚ ਇਹ ਜਿਹੜੀ ਕੰਟਰਾਡਿਕਸ਼ਨ ਹੈ ਸੁਪਰੀਮ ਕੋਰਟ ਵਰਸਸ ਜਿਹੜੀ ਐਗਜ਼ੈਕਟਿਵ, ਇਹ ਕੰਟਰਾਡਿਕਸ਼ਨ ਉਸ ਦੌਰ ਦੇ ਵਿੱਚ ਸਾਡੇ ਸਾਹਮਣੇ ਆ ਰਹੀ ਹੈ। ਕਿਉਂਕਿ ਠੀਕ ਹੈ ਵੀ ਹੈ ਕਿ ਕਨਸਟੀਟਿਊਸ਼ਨ ਨੇ ਕਦੀ ਇਹ ਨਹੀਂ ਸੀ ਸੋਚਿਆ, ਇਹ ਚਿਤਵਿਆ ਨਹੀਂ ਸੀ ਕਿ ਅਜਿਹਾ ਵੀ ਹੋ ਸਕਦਾ। ਮੈਂ ਇਹ ਕਹਿ ਰਿਹਾ ਕਿ ਜਿਵੇਂ ਸਿਸਟਮ ਦੇ ਵਿੱਚ ਡਿਜ਼ਾਈਨ ਕਰਦੇ ਇੱਕ ਬੱਗ ਆ ਜਾਂਦਾ ਹੁੰਦਾ ਨਾ, ਇੱਕ ਸਿਸਟਮ ਦਾ ਬੱਗ ਐਕਸਪੋਜ਼ ਹੋ ਗਿਆ ਕਿ ਡੈਮੋਕ੍ਰੈਟਿਕ ਸਿਸਟਮ ਦੇ ਵਿੱਚ ਜੇ ਆਪੋਜੀਸ਼ਨ ਆਪਣੀ ਪੋਜੀਸ਼ਨ 'ਚ ਨਾ ਰਹੇ, ਜੇ ਇੱਕ ਲਿਵਿੰਗ ਆਰਗੈਨਿਕ ਆਪੋਜੀਸ਼ਨ, ਜਿਹਨੂੰ ਡਾਕਟਰ ਸਾਹਿਬ ਕਹਿ ਰਹੇ ਨੇ ਠੀਕ ਕਿ ਉਹ ਸਿਆਸਤ ਕਰਨਾ, ਜੇ ਉਹ ਨਾ ਕਰੇ ਤੇ ਜਾਂ ਉਸ ਨੂੰ ਡੈਸੀਮੇਟ ਕਰ ਦਿੱਤਾ ਜਾਵੇ ਕਿਸੇ ਕਾਰਨ ਕਰਕੇ, ਜਾਂ ਉਹ ਆਪਣੇ ਇਤਿਹਾਸ ਕਰਕੇ ਡੈਸੀਮੇਟ ਹੋ ਜਾਵੇ, ਤਾਂ ਉਹਦਾ ਨਤੀਜਾ ਕੀ ਹੋਏਗਾ? ਉਹਦਾ ਨਤੀਜਾ ਸਿਸਟਮ ਇੱਕ ਐਸੀ ਪੋਜੀਸ਼ਨ 'ਚ ਆਏਗਾ ਕਿ ਮੈਜੋਰਿਟੀ ਦਾ ਰਿਫਲੈਕਸ਼ਨ ਹੀ ਆਪਣੇ ਆਪ ਦੇ ਵਿੱਚ ਇੱਕ ਖਤਰਾ ਬਣ ਜਾਏਗਾ। ਤੇ ਇਹਦੇ 'ਚ ਇਕੱਲਾ ਇਹੀ ਨਹੀਂ, ਸੁਪਰੀਮ ਕੋਰਟ ਕਦੇ ਫ੍ਰਿਕਸ਼ਨ 'ਚ ਵੀ ਆਉਂਦੀ ਹੈ, ਲੇਕਿਨ ਅਸੀਂ ਉਹ ਦੌਰ ਵੀ ਪਿਛਲੇ ਸਾਲਾਂ ਦੇ ਵਿੱਚ ਝੱਲਿਆ ਹੈ ਜਦੋਂ ਸੁਪਰੀਮ ਕੋਰਟ ਹੈਂਡ ਇਨ ਗਲਵ ਵਿਦ ਦਾ ਗਵਰਨਮੈਂਟ ਹੋ ਗਈ ਸੀ।
ਜਦੋਂ ਸੁਪਰੀਮ ਕੋਰਟ ਤੇ ਗਵਰਨਮੈਂਟ ਦੇ ਵਿੱਚ ਕੋਈ ਫ੍ਰਿਕਸ਼ਨ ਰਹੀ ਨਹੀਂ ਸੀ, ਨਹੀਂ, ਜਦੋਂ ਜੋ ਚੀਜ਼ਾਂ ਉਧਰੋਂ ਤੈਅ ਕਰ ਦਿੱਤੀਆਂ ਜਾਂਦੀਆਂ ਸੀ ਆਲਮੋਸਟ ਉਸ ਨੂੰ ਰਿਫਲੈਕਟ ਜਾਂ ਇਕੋ ਕਰ ਦਿੱਤਾ ਜਾਂਦਾ ਸੀ। ਅਸੀਂ ਉਹ ਦੌਰ ਵੀ ਦੇਖਿਆ ਅਰਜੁਨ ਜੀ, ਜਦੋਂ ਇੰਦਰਾ ਗਾਂਧੀ ਕਹਿੰਦੇ ਹੁੰਦੇ ਸੀ ਕਿ ਕਮਿਟਡ ਜੁਡੀਸ਼ਰੀ ਹੋਣੀ ਚਾਹੀਦੀ ਹੈ, ਸਰਕਾਰ ਜੋ ਕਰਨਾ ਚਾਹੇ ਜੁਡੀਸ਼ਰੀ ਨੂੰ ਸਾਥ ਨਾਲ ਰਲ ਕੇ ਤੁਰ ਪੈਣਾ ਚਾਹੀਦਾ ਹੈ। ਅਸੀਂ ਉਹ ਦੌਰ ਦੇਖਿਆ ਜਿਸ ਵੇਲੇ ਹੈਬੀਅਸ ਕਾਰਪਸ ਦੀ ਕੇਸ ਦੇ ਉੱਤੇ ਜੇ ਜਸਟਿਸ HR ਖੰਨਾ ਨੇ ਡਾਈਸੈਂਟ ਦਿੱਤੀ ਸੀ ਐਮਰਜੈਂਸੀ ਦੇ ਦੌਰਾਨ, ਤਾਂ ਜਿਹੜੇ 4 ਸਰਕਾਰ ਨਾਲ ਖੜੇ ਸੀ ਫਿਰ 4 ਹੀ ਚੀਫ ਜਸਟਿਸ ਬਣ ਕੇ ਹੋਏ ਰਿਟਾਇਰ, ਬਸ ਜਸਟਿਸ ਖੰਨਾ ਹੀ ਨਹੀਂ ਬਣੇ। ਤੇ ਮੈਂ ਉਦੋਂ ਸੁਣਦਾ ਸੀ, ਮੈਂ ਨਿਊਯਾਰਕ ਟਾਈਮਸ ਦਾ ਐਡੀਟੋਰੀਅਲ ਪੜ੍ਹਦਾ ਸੀ ਕਿ ਜਦੋਂ ਹਿੰਦੁਸਤਾਨ ਨੂੰ ਕਦੀ ਹੋਸ਼ ਆਏਗਾ, ਐਮਰਜੈਂਸੀ ਹਟੇਗੀ, ਕਾਲੇ ਦਿਨ ਜਾਣਗੇ, ਤਾਂ ਜਸਟਿਸ ਖੰਨਾ ਦੇ ਬੁੱਤ ਘਰ ਘਰ ਲੱਗਣਗੇ। ਹਾਲੇ ਮੈਂ ਬੁੱਤ ਤੇ ਨਹੀਂ ਲੱਗਾ ਦੇਖਿਆ, ਹਾਲੇ ਤੇ ਲੋਕਾਂ ਨੂੰ ਜਸਟਿਸ ਜੋੜਨਾ ਚਾਹੁੰਦਾ। ਆਪਾਂ ਇਤਿਹਾਸ ਕਿਉਂਕਿ ਯਾਦ ਕਰਨ ਲੱਗੇ ਹਾਂ, ਜਸਟਿਸ ਲੋਇਆ ਵੀ ਹੁੰਦੇ ਸੀ ਇਸ ਇਤਿਹਾਸ ਦੇ ਵਿੱਚ, ਹੁੰਦੇ ਸੀ, ਫਿਰ ਇੱਕ ਦਿਨ ਨਹੀਂ ਰਹੇ, ਫਿਰ ਇੱਕ ਦਿਨ ਉਹ ਨਹੀਂ ਰਹੇ। ਸੋ ਉਹਨਾਂ ਦੇ ਕੋਲ ਕਿਹੜੇ ਜਜਮੈਂਟਸ ਦੇ ਕਾਰਨ ਨਹੀਂ ਰਹੇ, ਕੀ ਹੈਂਡਲ ਹੋ ਰਿਹਾ ਸੀਗਾ, ਕਿਹੜੇ ਕਿਹੜੇ ਕੇਸਿਸ ਉਹ ਹੈਂਡਲ ਕਰ ਰਹੇ ਸੀ, ਇਹ ਸਾਰਾ ਵੀ ਸਾਡੇ ਇਤਿਹਾਸ ਦਾ ਪਾਰਟ ਹੈ। ਸੋ ਮੈਂ ਕਹਿੰਦਾ ਕਿ ਉਸ ਇਤਿਹਾਸ ਦਾ ਇੱਕ ਲੌਜੀਕਲ ਕਨਕਲੂਜਨ ਸਾਡੇ ਸਾਹਮਣੇ ਹੈ। ਅਸੀਂ ਜਿਸ ਚੀਜ਼ ਨੂੰ ਡਿਸਕਸ ਕਰ ਰਹੇ ਹਾਂ ਕਿ ਸੁਪਰੀਮ ਕੋਰਟ ਵਰਸਸ ਸਰਕਾਰ ਕਿਉਂ ਬਾਰ-ਬਾਰ ਹੋ ਜਾਂਦਾ ਹੈ, ਜਾਂ ਸੁਪਰੀਮ ਕੋਰਟ ਹੈਂਡ ਇਨ ਗਲਵ ਵਿਦ ਸਰਕਾਰ, ਅਸਲ 'ਚ ਇੱਕ ਓਵਰਆਲ ਸਿਸਟਮ ਫੇਲਿਅਰ ਦਾ ਪਾਰਟ ਹੈ। ਅਰਜੁਨ ਜੀ, ਕੀ ਬੇਸਿਕ ਕੋਈ ਅਸੀਂ ਕਨਸਟੀਟਿਊਸ਼ਨ ਦੇ ਫਲਾਜ਼ ਬਾਰੇ ਦੁਬਾਰਾ ਗੱਲ ਸ਼ੁਰੂ ਕਰਨ ਦੀ ਲੋੜ ਹੈ? ਜੇ ਮੈਜੋਰਿਟੀ ਨੇ ਇਸ ਤਰ੍ਹਾਂ ਕਰਨਾ ਤੇ ਕਦੀ ਸ਼ਾਇਦ ਕਨਸਟੀਟਿਊਸ਼ਨ ਦੇ ਨਿਰਮਾਤਾਵਾਂ ਨੇ ਇਹ ਨਹੀਂ ਕਦੀ ਸੋਚਿਆ ਹੋਏਗਾ, ਚਿਤਵਿਆ ਹੋਏਗਾ, ਤਾਂ ਕੀ ਅਸੀਂ ਦੁਬਾਰਾ ਤੋਂ ਯੂਨੀਵਰਸਲ ਫਰੈਂਚਾਈਜ਼ ਬਾਰੇ ਸੋਚਣਾ ਸ਼ੁਰੂ ਕਰੀਏ, ਵੇਟਡ ਪ੍ਰਪੋਰਸ਼ਨ ਬਾਰੇ, ਫਸਟ ਪਾਸਟ ਦਾ ਪੋਸਟ ਬਾਰੇ, ਐਂਟੀ डिफेक्शन एक्ट बारे? दरअसल ये सारे कानूनी डिबेट दोबारा खोल देने चाहिए। आप ये कानूनी अगेन आप उसको कानूनी डिबेट कर रहे हो, ਤੁਸੀਂ ਕਹ ਰਹੇ ਰਾਜਨੀਤਿਕ पॉलिटिकल डिबेट, मैं कह रहा हूं पॉलिटिकल है, बिल्कुल ठीक है। ये रिप्रेजेंटेटिव पॉलिटिकल डॉक्यूमेंट ਹੁੰਦਾ ਹੈ, ਸਾਰੇ डिबेट पॉलिटिकल ਨੇ। इवन अदालत ਤੇ कॉन्स्टिट्यूटिव ਦਾ ਜਿਹੜਾ ਆਪਸੀ ਝਗੜਾ ਹੈ पॉलिटिकल ਝਗੜਾ ਚ भी चल रहा है लेवल पे। एक फंडामेंटल सवाल उठाना पड़ेगा वेस्टमिनिस्टर स्टाइल ऑफ डेमोक्रेसी पे और पार्लियामेंट्री डेमोक्रेसी पे कि क्या ये हमारी सही तरह से फंक्शन करी, क्या इसको बेहतर किया जा सकता है, स्ट्रॉन्ग किया जा सकता है। इस पे जिसे कमलजीत ने कहा बग जो आ गया है उसको खत्म करके इस सिस्टम को बेहतर किया जा सकता है, नंबर 1। दूसरा कि जब फर्स्ट पास पोस्ट सिस्टम ने हमें ये दिखाया है कि आप सिर्फ 33% वोट शेयर लेके भी इस देश के हुक्मरान बन सकते हो, तो बाकी वॉइसेस का क्या? पंजाब वालियां ने 68% वालियां नु वजीरियां दित्तियां होईयां ने, वो एक्सेप्शनल बात है, अदरवाइज पॉइंट बड़ी एक्सेप्शन है जी। असम में भी एक्सेप्शंस देखिए, नॉर्थ ईस्ट एक्सेप्शंस देखिए, एक्सेप्शंस ही इनियां हो जोड़ दूंगा। आई एम नॉट इंटरवीनिंग, बट मैंने लगा कि जोड़ना जरूरी है, बना देने वो भी कानून अनुसार ही बनदी है। बट ए हुणे देखिया आपा ਐਸਪੀਐਸਪੀ ਲੈਟ ਅਸ ਨਾਟ ਫੋਰਗੇਟ ਜੀ 50% ਤੋਂ ਜ਼ਿਆਦਾ ਸੀਟਾਂ ਜਿਹੜੀਆਂ ਸੀਟਾਂ ਦੇ ਉੱਤੇ ਇਹਨਾਂ ਨੇ ਵੋਟ ਲਿੱਤੀ 2019 ਦੇ ਵਿੱਚ, ਉਹਨਾਂ ਦੀ ਗਿਣਤੀ ਨੀਅਰਲੀ 70% ਹੈ, and which is dangerous। so ਇਹਦਾ ਮਤਲਬ ਕਿ ਹੁਣ ਅਸੀਂ ਸਿਰਫ ਤੇ ਸਿਰਫ ਉਸ ਆਰਗੂਮੈਂਟ ਦੇ ਸਿਰ ਤੇ ਨਹੀਂ ਰਹਿ ਸਕਦੇ ਕਿ 33% ਜਿਹੜਾ ਹੈਗਾ ਉਹ ਜਿੱਤਾ। they have gained 50 more than 50% जी, बहुत सारी more than 70% ऑफ सीटें। जो फंडामेंटल इश्यूज है वो रहते हैं। और आपने इमरजेंसी की बात की, मैं आपसे पहले भी कह चुका हूँ, आज के दिन कोई अब देश की अदालत बैठती है और समीक्षा करती है कि इमरजेंसी लीगल थी या नहीं, तो 90% चांस है वो कहेगी ये लीगल थी। पर पॉलिटिकली हम जानते हैं उसका परिणाम भी इंदिरा गांधी की गवर्नमेंट को भी फेस करना पड़ा। सिमिलरली मैं मानता हूं डीमोनेटाइजेशन वाला फैसला इस देश की आम जनता जानती है, कई ऐसे फैसलों को जानती है कि वो करेक्ट नहीं थे पॉलिटिकली या देश के लिए, पर लीगली वो माने जाते। तो आप ये सारी लड़ाइयां सुप्रीम कोर्ट में लड़ ही क्यों रहे हैं? मैं सुप्रीम कोर्ट वाली लड़ाई हाले भी लड़नी है, मैं ब्रेक लिए रुक रहा, पर मतलब ये गल हुण लोक अदालतां विच जाके फैसले होणगे ते अदालतां विच नहीं होणगे वाला आर्गूमेंट नहीं। लोक ये सड़क पे होने वाले फैसले, सड़क पॉलिटिक्स में इन्हां नाल एंगेज करना पेगा। पर मैंने लगता है कि ये मामला भी बड़ा पोलिटिकल है कि जो कुछ चर्चा कर रहे हैं आला अदालतां दे विच इंसाफ नाल की हो रहा ते विचारियां आला अदालतां दे नाल साडी हायर जुडिशरी दे नाल की हो रहा, साडी सुप्रीम कोर्ट दे नाल सरकार की कर रही है। हर रोज़ सुप्रीम कोर्ट दे विच कोई रौला पा रहा है कि सरकार साडी नहीं सुन रही, तो असी एक गिले शिकवे ਲਈ ਫਿਰਦੇ ਹਾਂ कि सुप्रीम कोर्ट ਸਾਡੀ नहीं सुन रही। ਸਾਡੇ ਨਾਲ ਚਰਚਾ ਵਿੱਚ ਸ਼ਾਮਿਲ ਨੇ ਡਾਕਟਰ ਪੈਰਲਾਲ ਗਰਗ ਜੀ, ਅਰਜੁਨ ਸ਼ਰੌਨ ਜੀ ਵਕੀਲ ਅਤੇ ਕਮਲਜੀਤ ਜੀ ਸਿਆਸੀ ਕਾਰਕੁਨ। ਅਰਜੁਨ ਸ਼ਰੌਨ ਜੀ, ਇਹ ਅਖਬਾਰਾਂ ਸੈਟਰਡੇ ਦੀਆਂ ਸੰਡੇ ਦੀਆਂ ਮੇਰੇ ਸਾਹਮਣੇ ਭਰੀਆਂ ਪਈਆਂ ਨੇ ਵੀ ਸੁਪਰੀਮ ਕੋਰਟ ਤੇ ਸਰਕਾਰ ਦੇ ਵਿੱਚ ਫਿਰ ਜੁਡੀਸ਼ੀਅਲ ਅਪਾਇੰਟਮੈਂਟਸ ਨੂੰ ਡਿਲੇ ਨੂੰ ਲੈ ਕੇ, ਜੱਜਾਂ ਦੀਆਂ ਨਿਯੁਕਤੀਆਂ ਨੂੰ ਲੈ ਕੇ ਹੁਣ ਸਰਕਾਰ ਜਿਹੜੀ ਹੈ ਉਹ ਹੌਸਲਾ ਦਿੰਦੀ ਫਿਰਦੀ ਹੈ ਸੁਪਰੀਮ ਕੋਰਟ ਨੂੰ ਕਿ ਜੀ ਅਸੀਂ ਸਮੇਂ ਅਨੁਸਾਰ ਕਰ ਦਿਆਂਗੇ। ਮੈਂ ਦੁਸ਼ਯੰਤ ਦਵੇ ਹਰਾਂ ਦਾ ਆਰਟੀਕਲ ਦੇਖ ਰਿਹਾ ਸੀਗਾ, ਸੀਨੀਅਰ ਐਡਵੋਕੇਟ ਨੇ ਸੁਪਰੀਮ ਕੋਰਟ ਦੇ, ਮਚ ਰਿਸਪੈਕਟਡ ਜੂਰਿਸਟ ਨੇ। ਉਹਨਾਂ ਨੇ ਕਿਹਾ ਕਿ ਐਗਜ਼ੈਕਟਿਵ ਦੇਸ਼ ਦਾ ਹਾਕਮ ਜੁਡੀਸ਼ਰੀ ਦਾ ਪੂਰਾ ਕੰਟਰੋਲ ਕਰਨ ਵਿੱਚ ਹੁਣ ਇੰਟਰਸਟਿਡ ਹੈ। ਮੈਨੂੰ ਇਹ ਯਾਦ ਹੈ ਕਿ ਦੁਸ਼ਯੰਤ ਦਵੇ ਉਹਨਾਂ ਲੋਕਾਂ ਵਿੱਚੋਂ ਸਨ ਜਦੋਂ NGAC ਦੀ ਗੱਲ ਹੋਈ ਸੀ, ਨੈਸ਼ਨਲ ਜੁਡੀਸ਼ੀਅਲ ਅਪਾਇੰਟਮੈਂਟਸ ਕਮਿਸ਼ਨ ਦੀ, ਕਿ ਸਰਕਾਰ ਕੋਲ ਇਹ ਅਖਤਿਆਰ ਕਿਸੇ ਤਰੀਕੇ ਨਾਲ ਚਲਾ ਜਾਵੇ ਜੱਜਾਂ ਨੂੰ ਅਪਾਇੰਟ ਕਰਨ ਦਾ। ਦੁਸ਼ਯੰਤ ਦਵੇ ਕੋਲੀਜੀਅਮ ਸਿਸਟਮ ਦੇ ਬੜੇ ਕ੍ਰਿਟਿਕ ਹੁੰਦੇ ਸਨ ਕਿ ਇਹ ਜੱਜਾਂ ਨੂੰ ਆਪ ਹੀ ਨਵੇਂ ਜੱਜ ਲਾਉਣ ਦਾ ਅਧਿਕਾਰ ਕਿਉਂ ਹੋਵੇ, ਇਹਦੇ ਨਾਲ ਮਾਮਲਾ ਠੀਕ ਨਹੀਂ ਚੱਲ ਰਿਹਾ।
ਅੱਜ ਉਹੀ ਦੁਸ਼ਯੰਤ ਦਵੇ ਇਹ ਸਾਰਾ ਕੁਝ ਦੇਖ ਕੇ ਕਿ ਸਰਕਾਰ ਕਿਵੇਂ ਕੰਮ ਕਰ ਰਹੀ ਹੈ ਪਾਸਾ ਪਲਟੀ ਫਿਰਦੇ ਹਨ। ਬਿਲਕੁਲ। ਹੁਣ ਉਹਨਾਂ ਨੂੰ ਇਹ ਚਿੰਤਾ ਹੋ ਗਈ ਹੈ ਕਿ ਜੇ ਇਹ ਸਰਕਾਰ ਕੋਲ ਜੱਜ ਲਾਉਣ ਦਾ ਵੀ ਅਧਿਕਾਰ ਖਤਮ ਹੋ ਗਿਆ, ਉਹ ਬੇਸਿਕਲੀ ਉਹਨਾਂ ਦਾ ਆਰਟੀਕਲ ਇਹ ਕਹਿ ਰਿਹਾ ਕਿ ਫਿਰ ਦੇਸ਼ ਦੇ ਵਿੱਚੋਂ ਡੈਮੋਕ੍ਰੇਸੀ ਖਤਮ ਹੋਣ ਦਾ ਐਲਾਨ ਕਰ ਦੇਣਾ ਚਾਹੀਦਾ। Where do you stand? बिल्कुल सही बात कह रहे हैं। और दुष्यंत दवे ही अकेले नहीं, काफी सारे कई मूवमेंट्स ऐसी थी जो काफी देर तक कोलिजन सिस्टम को क्वेश्चन करती आई हैं, आज भी करती हैं जी। पर वो कहते हैं कई बार द सॉल्यूशन इज वर्स देन द प्रॉब्लम जी। तो वो वाला सॉल्यूशन थे। इस पे ऊपर लंबा डिबेट हो सकता है और मेरा इस पे स्टैंड ये है कि बिल्कुल आपको जुडिशियल अपॉइंटमेंट्स का एक बेहतर सिस्टम बनाना चाहिए, जैसे कि और कई चीजों के अपॉइंटमेंट्स का बनाना चाहिए। बट आप जस्ट बिकॉज आप सिस्टम, क्योंकि ये इस सरकार के पास है, आपको बहुत ही केयरफुल रहना पड़ेगा, क्योंकि आप जुडिशरी को छोड़ दीजिए जहां पे इतनी जगहें हैं वगैरह वगैरह, इलेक्शन कमिश्नर से लेकर इतनी कमीशंस बनी हैं, इतने ट्रिब्यूनल्स मिले हैं, इन पे तो सरकार का 100% पूरा हक है ना। क्या ये कंप्लीटली अच्छी तरह एफिशिएंटली डेमोक्रेटिकली फंक्शन कर रहे हैं? और उसका क्लियर आंसर है नो। जब ये इंस्टीट्यूशन नहीं कर पा रहे तो आप कैसे गारंटी दे सकते हैं कि कल सरकार जब कंप्लीटली भर्तियों पे एनजीएससी में या किसी नए सिस्टम से करेगी वो बढ़िया होगा। एट द सेम टाइम कल परसों ही स्टैटिस्टिक्स सरकार ने जब रिलीज किए हैं लास्ट वीक कि सिर्फ 15% लोग पिछले 5 सालों में, या 5 सालों का स्टैटिस्टिक था, 15% जजेस जो बनाए गए हैं वो बैकवर्ड कम्युनिटी से हैं, विच इंक्लूड्स एससी, एसटी, माइनॉरिटीज एंड ओबीसी। तो ये वो हमारे जो जुडिशियल या कोलिजियम सिस्टम पे भी बड़ा सवाल है कि कितना रिप्रेजेंटेटिव है। पर इसका मतलब ये नहीं है कि सरकार को पूरा हक दे देंगे तो वो ये उल्टा हो जाएगा। वो आप किसी और तरह की अमेंडमेंट वगैरह करके भी इसको फिक्स कर सकते हैं। तो जो सवाल उठाए जा रहे हैं कोलिजियम पे, मुझे लगता है एक सिनिस्टर गेम है। एक गेम प्लान ये है कि आप एक बार जिसे कहते हैं ना, एक बार फौज अंदर आ जाती है तो फौज जाती नहीं है। मानेकशॉ साहब ने एक बार इंदिरा गांधी को कहा था। तो ये वाली बात रहेगी कि एक बार ये कब्जा कर लेंगे जुडिशियल अपॉइंटमेंट्स पे, फिर कोई सुप्रीम कोर्ट, कोई चीफ जस्टिस उसको रिवर्स नहीं कर सकता। फौज अंदर आ जाती है तो फिर जाती नहीं। तो मैनू पाकिस्तान दी सुप्रीम कोर्ट ते अदलिया दी अज दी हालत याद आ रही है। वैसे पहले वाली हालत तो देखी है, जिस जमाने च साडे देश च रौला पिया सी मेरा नेता चोर है, बच्चे टी शर्टां ते लिखी फिरदे सी, ते पाकिस्तान दे विच बच्चे लिखी फिरदे सी मेरा जज चोर है। तो तुहानू याद है वो फिर जज किवें बदले। एक दिन नवाज शरीफ ने कहा कि अच्छा सुप्रीम कोर्ट के जज बदल दिओ, तो भीड़ां सुप्रीम कोर्ट के अंदर कंधा टप के चलिया गई सी, तो जज अगे भज रहे सी ते भीड़ां पिछे भज रही सी। असीं वो जमाने भी देखे ने। तो हुण दा जमाना देख रहे हैं कि इमरान खान देश का मुनसिब कीता प्राइम मिनिस्टर, उहदे गोलियां लगियां ने तो वो अपनी FIR नहीं दर्ज करवा पा रहा। पंजाब दे विच, पाकिस्तानी पंजाब च जिथे ओदी सरकार दा राज है, सरकार ते ओदी है ना, परवेज इलाही दी सरकार है, तो FIR नहीं ओदी दर्ज हो रही। आपने वो वक्त भी देखा नहीं, पाकिस्तान हल्का भी होई है, गुजरात तो है, पाकिस्तान का वो वक्त भी देखा है जब सुप्रीम कोर्ट के जजेस चले थे सड़क पे, सुप्रीम कोर्ट की बार वकील चले थे और ऑपोजिशन में चले थे, मूवमेंट चली। तो वो वक्त भी रहा है और वो भारत में भी आ सकता है। हर देश के अपने अपने जस्टिस HR खन्ना होंदे ने। 1981 च जनरल जियाउल हक आए सी ते ओ की जज सीगे फखरुद्दीन इब्राहिम अरा ने सौं लैन तो इनकार करता सीगा कि मैं इस फौजी हुकूमत के थले सौं नहीं लै सकता। तुसीं देखो हर जगह हर देश अपने HR खन्ना प्रोड्यूस करता है, पर प्रॉब्लम है कि ये असी इस तरीके नाल किवें चलाइए। मैनूं तो अज तक हसन नासिर याद उस वेले दा विद्यार्थी लीडर जिहड़ा 58 दे विच चुक के मार दिता गया। अज आ हुण आपां जनवरी ते बैठे हाँ, 8 जनवरी संडे हो रहा है, 7 जनवरी नूं मतलब वो देश जिहड़ा है पाकिस्तान, वो स्टूडेंट्स मूवमेंट का एक वड्डा दिन मनाउंदा, क्योंकि उस दिन हसन नासिर नूं अयूब खान की सरकार वेले अंदर ही मार दिता गया सी। सब तो वड्डी डेमोक्रेटिक स्टूडेंट मूवमेंट जिहड़ी है पाकिस्तान ने देखी है, तो उहदे च अदलिया बकायदा उहदा हिस्सा सी। पाकिस्तान दे विच देखिया सी बार-बार, साडे इत्थे देश दे विच असी बड़ी एक्टिव जुडिशरी देखी है, बल्कि क्रिटिसिज्म होना शुरू हो गया सी कि साडी एक्टिविस्ट जुडिशरी हो गई है। हुण गर्ग साहब कित्थे जाके रुके, कित्थे जुडिशरी एक्टिविस्ट हो जाती है, कित्थे जुडिशरी सौ जाती है। इलैक्टोरल बॉन्ड्स का मामला बेसिकली की है, लोगों को आपां इलैक्टोरल बॉन्ड्स का थोड़ा कानूनी शब्द लगता है। बेसिकली देश में कानून ये सी कि जे मैं किसी पोलीटिकल पार्टी नूं कोई 50-100 करोड़ रुपये देना तो मैनू अपना नाम दसना पेगा कि SP सिंह दे रहा। सरकार ने एक कानून बनाया, मैं पहली बार देखा सरकार कानून लिया रही है कि ट्रांसपेरेंसी खत्म करो, जिहदे सरकार ये कहती है कि जिहड़ा सानू इन्ने पैसे देगा उहदा नाम होम गुप्त रहेगा हमेशा लिए, तो असीं दसांगे नहीं। ये असीं नवां कानून बनाया, ये कानून चैलेंज किया जा रहा है, तो सुप्रीम कोर्ट इहनूं सुन नहीं रही। देखो जी जब असीं इस सारी बहस नूं इस तरीके नाल देखदे हां ਤਾਂ ਮੈਨੂੰ ਲੱਗਦਾ ਹੈ ਵੀ ਕਿਤੇ ਨਾ ਕਿਤੇ ਸਾਨੂੰ ਜਾਂ ਤਾਂ ਲੱਗਦਾ ਵੀ ਸੁਪਰੀਮ ਕੋਰਟ ਹੀ ਸਭ ਕੁਝ ਹੈ, ਜਾਂ ਲੱਗਦਾ ਲੋਕ
ਇਹ ਇੱਕ ਬੈਲੈਂਸ ਹੈ। ਬਿਲਕੁਲ ਜਿੰਨਾ ਚਿਰ ਇਹ ਬੈਲੈਂਸ ਨਹੀਂ ਰਹੇਗਾ, ਜਿੱਦਾਂ ਇੱਕ ਚੀਜ਼ ਇਹ ਨੇਚਰ ਦਾ ਵੀ ਇਹੀ ਰੂਲ ਹੈ ਵੀ ਜਿੱਦਾਂ ਮਾਸਾਹਾਰੀ ਵੱਧ ਜਾਣਗੇ ਉਹਦੇ ਸ਼ਾਕਾਹਾਰੀ ਘਟ ਜਾਣਗੇ, ਫਿਰ ਮਾਸਾਹਾਰੀ ਵੀ ਮਰ ਜਾਣਗੇ। ਇਹ ਇੱਕ ਦੂਜੇ ਤੇ ਡਿਪੈਂਡੈਂਟ ਨੇ। ਇਸੇ ਤਰ੍ਹਾਂ ਹੀ ਜੁਡੀਸ਼ਰੀ ਦਾ ਜਿਹੜੀ ਆਜ਼ਾਦੀ ਆ ਉਹਨਾਂ ਚਿਰ ਹੀ ਕਾਇਮ ਰਹੇਗੀ ਜਿੰਨਾ ਚਿਰ ਲੋਕਾਂ ਦੀ ਇੱਕ ਮੂਵਮੈਂਟ ਹੈ। ਲੋਕਾਂ ਦੀ ਮੂਵਮੈਂਟ ਵੀ ਤਾਂ ਜ਼ਿਆਦਾ ਦੇਰ ਚੱਲ ਸਕੇਗੀ ਜੇ ਜੁਡੀਸ਼ਰੀ ਵੀ ਨਾਲ ਉਹਦੇ ਹੈਲਪ ਕਰੇ। ਨਹੀਂ ਤਾਂ ਅੱਜ ਤੱਕ ਪੂਰੇ ਇਤਿਹਾਸ ਦੇ ਵਿੱਚ ਜਿੱਥੇ ਆ ਚੋਣਾਂ ਦੀ ਗੱਲ ਹੀ ਨਹੀਂ ਸੀ, ਕੰਸ ਵਰਗੇ ਰਾਜੇ ਵੀ ਖਤਮ ਹੋਏ ਨੇ, ਹਰਨਾਕਸ਼ ਵਰਗੇ ਵੀ ਖਤਮ ਹੋਏ ਨੇ, ਅੰਗਰੇਜ਼ਾਂ ਦਾ ਰਾਜ ਵੀ ਉੱਥੇ ਕੋਈ ਚੋਣ ਨਹੀਂ ਹੁੰਦੀ ਸੀ। ਸੋ ਜਿਹੜੀ ਮੂਵਮੈਂਟ ਆ ਉਹ ਸੁਪਰੀਮ ਹੈ ਪਹਿਲੀ ਗੱਲ। ਜਿੰਨਾ ਚਿਰ ਕੋਈ ਮੂਵਮੈਂਟ ਜਿਹੜੇ ਕੰਸ ਵਰਗੇ ਤੇ ਹਰਨਾਕਸ਼ ਵਰਗੇ ਨੇ, ਉਹ ਅੱਗੋਂ ਫਿਰ ਹੋਰ ਸਿਆਣੇ ਨਹੀਂ ਹੋਣਗੇ, ਉਹਨਾਂ ਨੇ ਸਰਵਾਈਵ ਕਿੱਦਾਂ ਕਰਨੇ ਦੇ ਤਰੀਕੇ ਨਹੀਂ ਕਰਦੇ ਨੇ। ਮੈਂ ਉਸੇ ਤੇ ਆ ਰਿਹਾ, ਜੇ ਹਰਨਾਕਸ਼ ਖਤਮ ਹੋਇਆ, ਕੰਸ ਖਤਮ ਹੋਇਆ, ਇਹਦਾ ਮਤਲਬ ਇਹ ਨਹੀਂ ਵੀ ਦੁਬਾਰਾ ਕੰਸ ਹਰਨਾਕਸ਼ ਪੈਦਾ ਨਹੀਂ ਹੁੰਦੇ, ਉਹਨਾਂ ਨੂੰ ਖਤਮ ਕਰਨ ਵਾਲੇ ਵੀ ਪੈਦਾ ਹੁੰਦੇ ਨੇ। ਇਸ਼ੂ ਕਿੱਥੇ ਖੜਾ ਹੈ? ਇਸ਼ੂ ਇਹ ਹੈ ਕਿ ਕੋਈ ਵੀ ਸਮਾਜ ਜੀਵੰਤ ਤਾਂ ਰਹਿੰਦਾ ਹੈ ਜੇ ਉੱਥੋਂ ਦੀ ਜਿਹੜੀ ਜਨਤਾ ਉਹ ਹਿਲਦੀ ਰਹਿੰਦੀ ਹੈ। ਜੇ ਉਹ ਜਨਤਾ ਸੁੱਤੀ ਰੱਖਾਂਗੇ, ਅੱਜ ਸਾਡੇ ਸਿਆਸਤਦਾਨ ਨੇ ਜਨਤਾ ਨੂੰ ਸਲਾਉਣ ਦਾ ਕੰਮ ਕਰਿਆ, ਉਹਨੂੰ ਜਗਾਉਣ ਦੀ ਬਜਾਏ। ਗੱਲ ਤਾਂ ਇੱਥੇ ਹੈ। ਉਹਦੇ ਵਿੱਚ ਉਹ ਕਿਤੇ ਜਿੱਦੇ ਉਹ ਆਪੋਜੀਸ਼ਨ ਹੁੰਦਾ ਉਹਦੇ ਉਹਨੂੰ ਜੁਡੀਸ਼ਰੀ ਚੋਂ ਸਭ ਕੁਝ ਲੱਭਦਾ, ਕਿਉਂਕਿ ਥੱਲੇ ਤਾਂ ਉਹ ਜਾਣਾ ਨਹੀਂ ਚਾਹੁੰਦਾ। ਤੇ ਜਿੱਦੇ ਉਹ ਸਰਕਾਰ 'ਚ ਹੁੰਦਾ ਉਹਦੇ ਉਹਨੂੰ ਜੁਡੀਸ਼ਰੀ ਬੁਰੀ ਲੱਗਦੀ ਆ ਵੀ ਇਹ ਆ ਵੀ ਕਿਉਂ ਕਰਦੀ, ਆ ਵੀ ਕਿਉਂ ਕਰਦੀ ਆ। ਉਹ ਸੂਬੇ ਵੀ ਕਰਦੇ ਨੇ, ਉਹ ਬੜੇ ਜਿਹੜੇ ਆਪਦੇ ਆਪ ਨੂੰ ਡੈਮੋਕ੍ਰੈਟਿਕ ਹੁੰਦੇ ਨੇ, ਉਹ ਸੂਬੇ ਵੀ ਕਾਨੂੰਨ ਇਹ ਜਿਹੜਾ ਕਿ ਹੁੰਦੇ ਨੇ ਜਿਹੜੇ ਲੋਕਾਂ ਦੀ ਜ਼ਬਾਨਬੰਦੀ ਵੀ ਕਰਦੇ ਨੇ, ਜਿਹੜੇ ਜੱਜਾਂ ਨੂੰ ਵੀ ਕਹਿੰਦੇ ਨੇ ਵੀ ਇਹ ਜੁਡੀਸ਼ਰੀ ਦਖਲਅੰਦਾਜ਼ੀ ਨਾ ਕਰੇ, ਕਿਉਂਕਿ ਇੱਕ ਸਾਡੀ ਮਾਨਸਤਾ ਇਹ ਆ ਵੀ ਐਗਜ਼ੈਕਟਿਵ ਸੁਪਰੀਮ ਰਹੇ ਜਿਹੜਾ ਵੀ ਆ ਗਿਆ। ਪਹਿਲਾਂ ਵੀ ਮੈਂ ਪਹਿਲੇ ਇਸ ਸੈਗਮੈਂਟ 'ਚ। ਸੋ ਅੱਜ ਸਾਡੀ ਲੋੜ ਇੱਥੇ ਹੈ ਕਿ ਇੱਕ ਪਾਸੇ ਜੁਡੀਸ਼ਰੀ ਜਿਹੜਾ ਮਾੜਾ ਮੋਟਾ ਬਚਿਆ, ਜਦ ਤੁਸੀਂ ਕੋਈ ਨਾ ਹਨੇਰ ਨਗਰੀ ਹੋ ਗਈ, ਕਲਕਾਤੀ ਹੋ ਗਈ, ਇਸ ਸਿਚੁਏਸ਼ਨ ਦੇ ਵਿੱਚ ਅੱਜ ਜੁਡੀਸ਼ਰੀ ਤੇ ਜਿਹੜਾ ਵੀ ਹਮਲਾ ਹੈ ਕਿਸੇ ਵੀ ਤਰ੍ਹਾਂ, ਜਿਹੜੀ 100 ਨੁਕਸ ਨੇ, 1000 ਨੁਕਸ ਨੇ, ਇਹ ਹਮਲਾ ਜਿਹੜਾ ਦੇਸ਼ ਦੀ ਡੈਮੋਕ੍ਰੇਸੀ ਵਾਸਤੇ ਆਖਰੀ ਕਿੱਲ ਸਾਬਤ ਹੋਏਗਾ। ਇਸ ਕਰਕੇ ਅੱਜ ਜੁਡੀਸ਼ਰੀ ਨੂੰ ਬਚਣਾ, ਸਿਆਸਤ ਦੇ ਚੰਗਲ ਚੋਂ ਨਿਕਲੇ ਰਹਿਣਾ ਜ਼ਿਆਦਾ ਜ਼ਰੂਰੀ ਹੈ। ਅਰਜੁਨ ਜੀ, ਡੂ ਯੂ ਸੀ ਅ ਮੂਵਮੈਂਟ ਲਾਈਕ ਦਿਸ ਕਿ ਅਜੇ ਤਾਂ ਇਹ ਮੂਵਮੈਂਟ ਚਾਹ ਰਹੇ ਹਾਂ ਕਿ ਚੱਲੇ ਕਿ ਆਲਾ ਅਦਾਲਤ ਤੋਂ ਇਨਸਾਫ ਕਿਵੇਂ ਮਿਲੇ? ਕਿਤੇ ਇਹ ਮੂਵਮੈਂਟ ਤਾਂ ਨਹੀਂ ਚਲਾਣੀ ਪਏਗੀ ਕਿ ਆਲਾ ਅਦਾਲਤ ਨੂੰ ਇਨਸਾਫ ਕਿਵੇਂ ਦਿਵਾਇਆ ਜਾਏ, ਇਹਨੂੰ ਕਿਵੇਂ ਆਜ਼ਾਦ ਕਰਵਾਇਆ ਜਾਏ? ਤੁਸੀਂ ਇਹ ਦੇਖੋ, ਮੈਂ ਯੂਨੀਅਨ ਲਾ ਮਿਨਿਸਟਰ ਦੇ ਪਿੱਛੇ ਜੇ ਪਬਲਿਕ ਸਪੀਚ ਦੇਖ ਰਿਹਾ ਸੀ, ਉਹ ਕਹਿੰਦੇ ਜਿਹੜਾ ਜ਼ਮਾਨਤਾਂ ਦਾ ਮਸਲਾ ਨਾ, ਹਰ ਕੋਈ ਜ਼ਮਾਨਤ ਲੈਣ ਆ ਜਾਂਦਾ, ਕਿਸੇ ਦੀ ਜ਼ਮਾਨਤ ਰੱਦ ਹੋ ਜਾਂਦੀ ਡਿਸਟ੍ਰਿਕਟ ਕੋਰਟ ਦੇ ਵਿੱਚ ਤੇ ਉੱਪਰ ਆ ਜਾਂਦਾ। ਇਹਦੇ ਨਾਲ ਸਾਰਾ ਸਿਸਟਮ ਕਲੌਗ ਹੋਇਆ ਪਿਆ ਸਾਰਾ, ਇਹਦੇ ਨਾਲ ਇੰਨਾ ਕੇਸਿਸ ਦਾ ਨੰਬਰ ਵੱਧ ਜਾਂਦਾ ਹੈ। ਉਹ ਕਹਿੰਦੇ ਡਿਸਟ੍ਰਿਕਟ ਕੋਰਟ ਤੋਂ ਉੱਪਰ ਹੀ ਨਹੀਂ ਆਉਣਾ ਚਾਹੀਦਾ, ਹਾਈ ਕੋਰਟ ਆਂਦੀ ਹੀ ਕਿਉਂ ਆ ਬੰਦਾ ਜ਼ਮਾਨਤ ਵਾਲਾ, ਸੁਪਰੀਮ ਕੋਰਟ ਦਾ ਤਾਂ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ। ਮਤਲਬ ਇੱਕ ਇਹੋ ਜਿਹੇ ਵੇਲੇ ਜਿਸ ਵੇਲੇ ਸਰਕਾਰ ਸੁਪਰੀਮ ਕੋਰਟ ਤੱਕ ਜਾਂਦੀ ਹੈ ਕਿ ਫਲਾਣੇ ਨੂੰ ਜ਼ਮਾਨਤ ਦੇ ਕਿਉਂ ਦਿੱਤੀ ਹੈ, ਇਹਦੀ ਤਾਂ ਰੱਦ ਕੀਤੀ ਜਾਵੇ, ਸਰਕਾਰ ਉੱਤੇ ਤੱਕ ਲੜਦੀ ਹੈ। ਜੇ ਸਰਕਾਰ ਜੀ ਯੂਨੀਅਨ ਲਾ ਮਿਨਿਸਟਰ ਇਹਨਾਂ ਰਸਤਿਆਂ ਨੂੰ ਇਸ ਤਰੀਕੇ ਨਾਲ ਦੇਖ ਰਿਹਾ ਹੈ। ਮੈਂ ਪਿੱਛੇ ਜੇ ਇੱਕ ਚੀਫ ਜਸਟਿਸ ਆਫ ਇੰਡੀਆ ਨੂੰ ਦੇਖਿਆ, ਕਹਿੰਦੇ ਆ ਕਿ ਆਰਟੀਕਲ 32 ਵੀ ਅਸੀਂ ਕੁਝ ਬਹੁਤਾ ਹੀ ਯੂਜ਼ ਕਰਨ ਲੱਗ ਪਏ ਹਾਂ। ਹਰ ਕੋਈ ਮੂੰਹ ਚੁੱਕ ਕੇ ਸੁਪਰੀਮ ਕੋਰਟ ਤੁਰਿਆ ਹੁੰਦਾ, ਉਹ ਤੇ ਆਰਟੀਕਲ 32 ਦਾ ਰਸਤਾ ਬੰਦ ਕਰਨਾ ਚਾਹੁੰਦੇ ਨੇ। ਐਂਡ ਆਈ ਰਿਮੈਂਬਰ ਅੰਬੇਦਕਰ ਕਹਿੰਦੇ ਸੀ ਕਿ ਆਰਟੀਕਲ 32 ਇਜ਼ ਦਾ ਸੋਲ ਆਫ ਦਾ ਕਨਸਟੀਟਿਊਸ਼ਨ, ਇਹ ਆਤਮਾ ਹੈ ਸੰਵਿਧਾਨ ਦੀ, ਹੈ ਨਾ। ਇਹ ਅਸੀਂ ਬੜੇ ਕਲੀਸ਼ਡ ਜੇ ਕੋਰਟ ਅਸੀਂ ਯਾਦ ਕਰਦੇ ਆਏ ਹਾਂ। ਆਰਟੀਕਲ 32 ਮੈਨੂੰ ਉਹ ਰਸਤਾ ਦਿੰਦਾ ਹੈ ਕਿ ਮੈਂ ਬਿਨਾਂ ਥਾਣੇ ਗਿਆ, ਬਿਨਾਂ ਲੋਕਲ ਅਦਾਲਤ ਗਿਆ, ਬਿਨਾਂ ਲੋਕਲ ਸਿੱਧਾ ਮੈਂ ਸੁਪਰੀਮ ਕੋਰਟ ਜਾ ਸਕਦਾ ਕਿ ਸਰ ਮੇਰੇ ਮੌਲਿਕ ਅਧਿਕਾਰ ਜਿਹੜੇ ਨੇ ਉਹ ਖੋਏ ਜਾ ਰਹੇ ਨੇ। ਇੱਕ ਪਾਸੇ ਮੈਨੂੰ ਆਰਟੀਕਲ 32 ਕਹਿੰਦਾ ਤੂੰ ਸਿੱਧਾ ਹੀ ਆ ਜਾ, ਦੂਜੇ ਪਾਸੇ ਉਹ ਕਹਿੰਦਾ ਤੂੰ ਜ਼ਮਾਨਤ ਲੈਣ ਵੀ ਉੱਪਰ ਨਾ ਆ ਜਾ। ये तो इटखड़का ज्यादा है, विथ बहुत ज्यादा। नहीं, ये फंडामेंटल इशू है। और आप देखिए ये जो किरण रिजिजू का रिस्पांस भी दिया था चीफ जस्टिस ऑफ इंडिया ने, डीवाई चंद्रचूड़ ने, उन्होंने ये कहा था और 2 बार कहा शायद, ये उन्होंने कहा कि सुप्रीम कोर्ट का राइट है और लोगों का राइट है बेल मांगना, और उसके लिए अगर हमें बैठना भी पड़े, इनफैक्ट डीवाईसी साहब ने स्पेशल बेंचेस बनाए हैं कि जो बेल्स हैं सबसे पहले इनको डिसाइड किया जाए। ही आल्सो सेड कि डिस्ट्रिक्ट कोर्ट तो डरदियां दे ही नहीं रही, जमानत दे नहीं रही। एज अ क्रिमिनल लॉयर मैं जानता हूं, आप लोग भी जानते हैं कि इतने केसेस जो हाई कोर्ट में आते हैं 50-60-70% बेल्स नीचे ही अलाउ होनी चाहिए। ह्यूब्रिस क्रिएट कर देंगे हो तुसी कि जी वी वांट टू बी हार्ड ऑन क्राइम, ਅਸੀਂ ਤਾਂ ਫਿਰ ਉਹ ਵਿਚਾਰਾ ਜੱਜ ਬੇਲ ਹੀ ਨਹੀਂ ਦਿੰਦਾ। हार्ड ऑन क्राइम का मतलब ये थोड़ी लॉलेसनेस हो, आपका बेल इज द रूल। और पॉपुलिस्ट एंकर होएगा, लोगों ਦੇ ਵਿੱਚ ਗੁੱਸਾ ਹੋਏਗਾ, जज कहता छोड़ो कानून बेल देनी है। ये देखिए, ये सिर्फ बेल, आपने अच्छा एग्जांपल लिया, ये सिर्फ एक फंडामेंटल गवर्नेंस का फेलियर दिखाता है कि आप क्योंकि लोकल थानेदार को इतनी एक्सेसिव पावर दे देते हो कि वो किसी को उठा लेता है, लोकल मजिस्ट्रेट उससे डरता है, लोकल सेशन जज कहता है कि मैं क्यों पास करूं ऑर्डर, वो हाई कोर्ट पे जाते हैं, हाई कोर्ट में 50% चांस होता है बेल मिलने का, और वो फाइनली जाके सुप्रीम कोर्ट के वहां पे पेंडेंसी बढ़ाता है। फिर आप कहते हो पेंडेंसी बहुत ज्यादा है, इसलिए इतनी बेल आनी चाहिए। मुश्किल भी खत्म हो गई ना, उन्होंने एनआईए ਦਾ ਐਕਟ ਪਾਸ ਕਰ ਦਿੱਤਾ, ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਹੈ, तो हर जगह ਦਾ ਲੋਕਲ ਥਾਣੇਦਾਰ ਤੇ ਅਮਿਤ ਸ਼ਾਹ ਜੀ ਆਪ ਹੀ ਨੇ। ਸਾਡੇ ਵਿਚਾਰੇ ਲੋਕਲ ਥਾਣੇਦਾਰ ਦੀ ਤੇ ਇੱਕ ਤਰੀਕੇ ਨਾਲ ਇਹ ਤਾਂ ਲਾਈਨ ਹਾਜ਼ਰੀ ਹੋ ਗਏ ਨੇ ਹੁਣ ਸਾਰੇ।
ਕਮਲਜੀਤ ਜੀ, ਹਾਊ ਡੂ ਯੂ ਰਿਸਪੌਂਡ? ਜਿੱਥੇ ਸਟੇਟ ਕੋਲ ਇੱਕੋ ਹੀ ਰਾਈਟ ਸੀਗਾ ਲਾ ਐਂਡ ਆਰਡਰ ਦਾ, ਮੈਨੂੰ ਇਹ ਸੀ ਵੀ ਘੱਟੋ ਘੱਟ ਪ੍ਰਧਾਨ ਮੰਤਰੀ ਵੀ ਮੈਨੂੰ ਅਰੈਸਟ ਕਰਨਾ ਚਾਹੀਦਾ, ਲੋਕਲ ਐਸਐਚਓ ਤੋਂ ਆਏਗਾ, ਉਹਨੂੰ ਦੀ ਵੀ ਨਹੀਂ ਲੋੜ। ਮੈਨੂੰ ਇਹ ਲੱਗਦਾ ਵੀ ਆਪਾਂ ਕਿੰਨੇ ਸਾਰਾ ਕ੍ਰਾਈਸਿਸ ਡਿਸਕਸ ਕਰ ਲਿਆ, ਜੁਡੀਸ਼ਰੀ ਦਾ, ਐਗਜ਼ੀਕਿਊਟਿਵ ਦਾ, ਫਿਰ ਆਪਾਂ ਨੇ ਇਹ ਦੇਖਿਆ ਵੀ ਇਲੈਕਟੋਰਲ ਸਿਸਟਮ ਦੇ ਵਿੱਚੋਂ ਵੀ ਮੈਜੋਰਿਟੀ ਲੈ ਕੇ ਵੀ ਲੋਕੀ ਜਿਹੜੇ ਨੇ ਉਹ ਐਂਟੀ ਡੈਮੋਕ੍ਰੈਟਿਕ ਹੋ ਸਕਦੇ ਨੇ, ਜਮਹੂਰੀਅਤ ਦੇ ਖਿਲਾਫ ਹੋ ਸਕਦੇ ਨੇ। ਮੈਂ ਕਹਿਣਾ ਚਾਹੁੰਦਾ ਆਪਾਂ ਨੁਕਤੇ ਦੇ ਉੱਤੇ ਉਂਗਲੀ ਤੇ ਧਾਰੀ ਲਈਏ ਇਸ ਪ੍ਰੋਗਰਾਮ ਦੇ ਵਿੱਚ ਕਿ ਐਸਾ ਚੇਂਜ ਹੋਇਆ ਕੀ ਹੈ ਦੇਸ਼ ਦੇ ਵਿੱਚ ਜਿਹਦੇ ਕਰਕੇ ਆਪਾਂ ਨੂੰ ਇੰਨੇ ਸਾਰੇ ਕ੍ਰਾਈਸਿਸ ਇੱਕੋ ਵੇਲੇ ਆ ਗਏ ਨੇ। ਮੇਰਾ ਕਹਿਣਾ ਹੈ ਕਿ ਇਹ ਮਸਲਾ ਵਿਚਾਰਧਾਰਾ, ਆਈਡੀਓਲੋਜੀ ਦਾ ਹੈ। ਵਿਚਾਰਧਾਰਾ ਹੈ ਦੇਸ਼ ਦੇ ਵਿੱਚ ਇੱਕ ਜਿਹੜੀ ਨਵੀਂ ਜਿੱਤ ਗਈ ਹੈ। ਇਹ ਸਿੰਪਲ ਕ੍ਰਾਈਸਿਸ ਨਹੀਂ ਹੈ, ਇਹ ਇੱਕ ਨਵਾਂ ਕ੍ਰਾਈਸਿਸ ਹੈ। ਹਿਟਲਰ ਦੀ ਐਗਜ਼ਾਮਪਲ ਲੈ ਕੇ ਸਾਨੂੰ ਜ਼ਿਆਦਾ ਸਮਝ ਆਏਗਾ, ਜਨਰਲ ਜ਼ਿਆ ਉਲ ਹਕ ਤੋਂ ਸ਼ਾਇਦ ਨਾ ਸਮਝ ਆਵੇ। ਹਿਟਲਰ ਦੀ ਉਦਾਹਰਣ ਤੋਂ ਇਸ ਕਰਕੇ ਕਿਉਂਕਿ ਉਹ ਜਿੱਤ ਕੇ ਆਇਆ, ਛੋਟੀ ਯੂਜ਼ ਕਰਦਾ, ਉਹ ਜਮਹੂਰੀਅਤ ਤੋਂ ਜਿੱਤ ਕੇ ਆਇਆ। ਮਤਲਬ ਮੈਂ ਕਹਿੰਦਾ ਉਹ ਜ਼ਿਆਦਾ ਨੇੜੇ ਹੈ, ਬੁਲਡੋਜ਼ਰ ਚੋਂ ਇਨਸਾਫ ਆ ਰਿਹਾ। ਜੀ, ਉਹ ਜ਼ਿਆਦਾ ਨੇੜੇ ਹੈ। ਇਸ ਕਰਕੇ ਮੈਨੂੰ ਲੱਗਦਾ ਹੈ ਕਿ ਸਾਨੂੰ ਇਸ ਗੱਲ ਦੇ ਉੱਤੇ ਉਂਗਲੀ ਧਰਨੀ ਪਏਗੀ ਕਿ ਜਦੋਂ ਦੇਸ਼ ਦੇ ਵਿੱਚ ਇੱਕ ਐਸੀ ਵਿਚਾਰਧਾਰਾ ਜਿਹੜੀ ਆਪਣੇ ਆਪ ਦੇ ਵਿੱਚ ਜਮਹੂਰੀਅਤ ਦਾ ਵਿਰੋਧੀ ਹੋਵੇ, ਜਿਹੜੀ ਆਪਣੇ ਆਪ ਦੇ ਵਿੱਚ ਇੱਕ ਤੰਤਰਵਾਦ ਜਿਹੜਾ ਹੈਗਾ ਉਸ ਨੂੰ ਗਲੋਰੀਫਾਈ ਕਰਦੀ ਹੋਵੇ, ਜਿਹੜੀ ਕਹਿੰਦੀ ਹੋਵੇ ਵੀ ਅਸੀਂ ਅੱਗੇ ਨੂੰ ਨਹੀਂ ਵਧਣਾ, ਭਵਿੱਖ ਦੇ ਵਿੱਚ ਅਸੀਂ ਇਤਿਹਾਸ ਦੇ ਵਿੱਚੋਂ ਆਪਣੀ ਸਾਰੀ ਮੋਟੀਵੇਸ਼ਨ ਲੈਣੀ ਹੈ, ਜਦੋਂ ਵਿਚਾਰਧਾਰਾ ਕਮਾਂਡ ਦੇ ਉੱਤੇ ਹੋਵੇ, ਫਿਰ ਇਹ ਹਾਲਤ ਹੁੰਦੀ ਹੈ ਜੋ ਡਾਕਟਰ ਸਾਹਿਬ ਗਰਗ ਸਾਹਿਬ ਚਿੰਤਾ ਕਰ ਰਹੇ ਨੇ ਕਿ ਲੋਕ ਜਿਹੜੇ ਨੇ ਉਹਨਾਂ ਨੂੰ ਜਗਾ ਕੇ ਸਭ ਠੀਕ ਹੋ ਜਾਏਗਾ। ਮੈਨੂੰ ਲੱਗਦਾ ਉਹਦੇ 'ਚ ਵੀ ਸਾਨੂੰ ਇੱਕ ਥੋੜਾ ਜਿਹਾ ਕਾਊਂਟਰ ਆਰਗੂਮੈਂਟ ਸੋਚ ਲੈਣਾ ਚਾਹੀਦਾ ਹੈ ਕਿ ਲੋਕਾਂ ਨੂੰ ਮੌਬ ਬਣਾ ਕੇ ਮੌਬ ਲਿੰਚਿੰਗ ਵੀ ਕਰਵਾਈ ਜਾ ਸਕਦੀ ਹੈ, ਵਿਚਾਰਧਾਰਾ ਕਰਾ ਦਿੰਦੀ ਹੁੰਦੀ ਹੈ। ਸੋ ਇਹ ਵੀ ਸਾਨੂੰ ਚਿੰਤਾ ਰੱਖਣੀ ਪਏਗੀ ਕਿ ਲੋਕ ਜਾਗਣ ਕਿਹੜੀ ਵਿਚਾਰਧਾਰਾ ਦੇ ਅੰਡਰ, ਇਹ ਵੀ ਕੁਐਸਚਨ ਸਾਨੂੰ ਜਮਹੂਰੀਅਤ ਲੋਕਾਂ ਦੇ ਵਿਚਕਾਰ ਹੋਣਾ ਚਾਹੀਦਾ ਹੈ, ਲੋਕਾਂ ਦੇ ਲੋਕ ਮਨਾਂ ਦੇ ਅੰਦਰ ਵੀ ਇਹ ਡਿਬੇਟ ਹੋਣਾ ਚਾਹੀਦਾ ਹੈ। ਜੀ ਕਿ ਜਿਹਨੂੰ ਇਹ ਲੱਗ ਸਕਦਾ ਹੈ ਕਿ ਇਨਸਾਫ ਇਸ ਨੂੰ ਕਹਿੰਦੇ ਨੇ ਕਿ ਛੇਤੀ ਦਿੱਤਾ ਜਾਵੇ, ਹੁਣੇ ਹੀ ਬੁਲਡੋਜ਼ਰ ਬੁਲਾਇਆ ਜਾਵੇ ਤੇ ਸਾਰਾ ਇਨਸਾਫ ਇੱਥੇ ਹੀ ਕਰ ਦਿੱਤਾ ਜਾਵੇ। ਅਦਾਲਤਾਂ ਦੇ ਚੱਕਰ ਐਵੇਂ ਇਹ ਪਚੜੇ ਬੜੇ ਲੰਬੇ ਨੇ, ਇੰਨੀ ਦੇਰ ਕੌਣ ਇੰਤਜ਼ਾਰ ਕਰੇ। ਔਰ ਦੂਸਰਾ ਇਹ ਹੁੰਦਾ ਕਿ ਰਹਿਣ ਤੇ ਸਦੀਆਂ ਬੀਤ ਜਾਵਣ ਤੇ ਇੱਕ ਵੀ ਇਨੋਸੈਂਟ ਆਦਮੀ ਜਿਹੜਾ ਉਹਨੂੰ ਦੋਸ਼ੀ ਨਾ ਗਰਦਾਨ ਦਿੱਤਾ ਜਾਵੇ, ਭਾਵੇਂ ਕਿਸੇ ਨੂੰ ਵੀ ਛੱਡਣਾ ਪੈ ਜਾਵੇ। ਇਹਨਾਂ ਦੋਨਾਂ ਦੇ ਵਿਚਕਾਰ ਬੜੀ ਵੱਡੀ ਵਿੱਥ ਹੈ, ਉਹਦੇ ਵਿਚਕਾਰ ਇੱਕ ਲੋਕਤੰਤਰੀ ਡਿਬੇਟ ਹੈ, ਉਸ ਦੇ ਵਿਚਕਾਰ ਰਾਜਨੀਤੀ ਨੇ ਆਪਣਾ ਰੋਲ ਨਿਭਾਉਣਾ ਸੀ, ਉਹ ਆਪਣੀ ਡਿਊਟੀ ਤੋਂ ਮਿਸਿੰਗ ਹੈ। ਇਸ ਕਰਕੇ ਜਿਹੜਾ ਸਾਰਾ ਡਿਬੇਟ ਹੈ ਉਹ ਬੜਾ ਸਟੈਰਾਈਲ ਜਿਹਾ, ਅਦਾਲਤਾਂ ਵਿੱਚ ਜੱਜ ਕਿੰਨੇ ਨੇ, ਜੁਡੀਸ਼ੀਅਲ ਇਨਫਰਾਸਟਰਕਚਰ ਕਿਹੋ ਜਿਹੀ ਹੈ, ਤੇ ਸਾਡੀ ਅਦਾਲਤਾਂ 'ਚ ਕੇਸਿਸ ਬੜੇ ਨੇ ਤੇ ਜੱਜ ਵਿਚਾਰਿਆਂ ਦੇ ਉੱਤੇ ਬਹੁਤ ਸਾਰਾ ਭਾਰ ਹੈ ਤੇ ਉਹਨਾਂ ਨੂੰ ਛੁੱਟੀਆਂ ਨਹੀਂ ਮਿਲਦੀਆਂ। ਇਸ ਕਿਸਮ ਦੇ ਤਮਾਮ ਡਿਬੇਟਾਂ ਦੇ ਵਿੱਚ ਤੁਹਾਨੂੰ ਹਰ ਰੋਜ਼ ਉਲਝਾਉਣ ਲਈ ਸਾਡੇ ਕੋਲ ਕਾਫੀ ਸਾਰਾ ਮਸੌਦਾ ਹੁੰਦਾ ਹੈ। ਜੇ ਤੁਸੀਂ ਉਹਨਾਂ ਡਿਬੇਟਾਂ ਵਿੱਚ ਫਸਣਾ ਤੇ ਇਹਨਾਂ ਦੀ ਬਹਾਰ ਆਈ ਹੋਈ ਹੈ। ਤੇ ਜੇ ਕੋਈ ਡਿਬੇਟ ਆਪਣੇ ਮਨ ਮਸਤਕ